रंग लगा अतलाल देव होली की
बिन हर सिमरन सुख नहीं पाया। आन रंग फीके सब माया। गुर रंगे से पै निहाल। कहो नानक गुर पे है दयाल। राम रंग कदे उतर न जाए। गुर पूरा किसके बुझाए। राम रंग कदे उतर न जाए। राम रंग करे राम रंग करे राम रंग करे उतर न जाए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਹੋਲੇ ਮਹੱਲੇ ਦੇ ਸੰਬੰਧ ਦੇ ਵਿੱਚ ਸਮੁੱਚਾ ਪੰਥ ਹੋਲੇ ਮਹੱਲੇ ਨੂੰ ਮਨਾ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਪੰਥ ਚਲਾਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਉਸ ਵੇਲੇ ਹਿੰਦੁਸਤਾਨ ਦੇ ਕਲਚਰ ਦੇ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਸੀ, ਉਸ ਨੂੰ ਵਿਲੱਖਣ ਰੂਪ ਦਿੱਤਾ। ਵਿਲੱਖਣਤਾ ਦੇ ਨਾਲ ਹੋਲਾ ਮਹੱਲਾ ਨਾਂ ਦੇ ਕੇ ਮਨਾਇਆ ਜਾਣ ਲੱਗਿਆ। ਬਹੁਤ ਸਾਰੇ ਗੁਰਮੁਖ ਪਿਆਰਿਆਂ ਨੇ, ਗੁਰਸਿੱਖਾਂ ਨੇ ਪੰਥ ਦੇ ਵਿੱਚ ਆਪਣਾ ਨਾਮ ਕਮਾਇਆ, ਸੇਵਾ ਕੀਤੀ ਆ, ਕਠਿਨਾਈਆਂ ਝੱਲੀਆਂ, ਜੇਲ੍ਹਾਂ ਕੱਟੀਆਂ। ਆਪਾਂ ਉਹਨਾਂ ਗੁਰਸਿੱਖਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਨੂੰ ਕੇਸਾਂ ਸਵਾਸਾਂ ਸੰਗ ਨਿਭਾਇਆ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਆਪਾਂ ਵਾਹਿਗੁਰੂ ਯਾਦ ਕਰਦੇ ਹਾਂ। ਸੋ ਉਹਨਾਂ ਹੀ ਗੁਰਸਿੱਖਾਂ ਦੇ ਵਿੱਚੋਂ ਪੰਥ ਦੀ ਮਹਾਨ ਸ਼ਖਸੀਅਤ ਜਿਨ੍ਹਾਂ ਨੂੰ ਉਸ ਵੇਲੇ ਉਸ ਸਮੇਂ ਸਾਰੇ ਤਖਤਾਂ ਵੱਲੋਂ ਮਾਣ ਦਿੱਤਾ ਗਿਆ ਤੇ ਸਾਰੀ ਸੰਗਤ ਨੇ, ਸਮੁੱਚੀ ਸਿੱਖ ਸੰਗਤ ਨੇ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਜਦੋਂ ਉਹਨਾਂ ਨੇ 40 ਦਿਨ ਫਾਕਾ ਕੱਟਿਆ, ਨਾ ਪਾਣੀ ਨਾ ਭੋਜਨ, ਕੁਛ ਵੀ ਨਹੀਂ, ਜੇਲ੍ਹ ਦੇ ਵਿੱਚ, ਅੰਗਰੇਜ਼ਾਂ ਦੇ ਵੇਲੇ ਦੀ ਗੱਲ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਔਰ ਉਹਨਾਂ ਦੀਆਂ ਪੁਸਤਕਾਂ ਜਿਹੜੀਆਂ ਲਿਖੀਆਂ ਹੋਈਆਂ, ਉਹਨਾਂ ਦੀਆਂ ਪੁਸਤਕਾਂ ਪੜ੍ਹ ਕੇ, ਸਾਨੂੰ ਪੁਸਤਕਾਂ ਪੜ੍ਹਨ ਦੀ ਆਦਤ ਨਹੀਂ ਹੈ, ਪਰ ਜੇ ਕੋਈ ਇੱਦਾਂ ਦੀ ਪੁਸਤਕ ਹੱਥ ਵਿੱਚ ਲੱਗ ਜਾਵੇ ਜਿਹਨੂੰ ਪੜ੍ਹ ਕੇ ਜੀਵਨ ਬਦਲ ਜਾਂਦਾ ਹੋਵੇ ਤੇ ਬਹੁਤ ਹੈਰਾਨੀ ਹੁੰਦੀ ਹੈ। ਉਹਨਾਂ ਦੀਆਂ ਬਹੁਤ ਸਾਰੀਆਂ ਮਹਾਨ ਪੁਸਤਕਾਂ ਆ ਜਿਨ੍ਹਾਂ ਦੇ ਵਿੱਚ ਸਾਡੇ ਦੁੱਖ ਸੁੱਖ ਕਿਉਂ ਆਉਂਦੇ ਆ, ਸਾਡਾ ਜਨਮ ਦਾ ਬ੍ਰਿਤਾਂਤ ਕੀ ਆ, ਅਧਿਆਤਮਿਕ ਕਰਮ ਫਲਾਸਫੀ ਆ, ਫਿਰ ਇਸ ਮਰਨ ਤੋਂ ਬਾਅਦ ਗੁਰਬਾਣੀ ਦੇ ਵਿੱਚ ਮਰਨ ਤੋਂ ਬਾਅਦ ਦੇ ਵਿੱਚ ਕੀ ਹੁੰਦਾ, ਸਾਡੇ ਜਨਮ ਤੋਂ ਪਹਿਲਾਂ ਕੀ ਸੀ, ਅਣਡਿੱਠੀ ਦੁਨੀਆ, ਸੱਚਖੰਡ ਦਰਸ਼ਨ, ਅਸੀਂ ਵਾਹਿਗੁਰੂ ਜੀ ਦੇ ਦਰਸ਼ਨ ਇਸ ਜਨਮ 'ਚ ਕਿਵੇਂ ਕਰ ਸਕਦੇ ਹਾਂ, ਗੁਰਮਤਿ ਵਿਵੇਕ ਕੀ ਆ, ਗੁਰਮਤਿ ਲੇਖ ਉਹਨਾਂ ਨੇ ਲਿਖੇ ਆ, ਮਹਾਨ ਪੁਸਤਕਾਂ ਦਿੱਤੀਆਂ। ਉਹਨਾਂ ਦੇ ਵਿੱਚੋਂ ਇੱਕ ਪੁਸਤਕ ਜਿਹੜੀ ਸੀ ਬਹੁਤ ਜ਼ਿਆਦਾ ਪ੍ਰਚਲਿਤ ਹੋਈ, ਉਹਦੀ ਭਾਸ਼ਾ ਥੋੜ੍ਹੀ ਜਿਹੀ ਦੂਸਰੀਆਂ ਪੁਸਤਕਾਂ ਨਾਲੋਂ ਸਾਦੀ ਸੀ ਔਰ ਉਹ ਉਹਨਾਂ ਦੇ ਜੀਵਨ ਦੇ ਨਾਲ, ਉਹਨਾਂ ਦੀ ਆਟੋਬਾਇਓਗ੍ਰਾਫੀ ਸੀ, ਉਹਨਾਂ ਦੇ ਜੀਵਨ ਦੇ ਨਾਲ ਜੁੜੀ ਹੋਈ ਸੀ, ਖਾਸ ਕਰਕੇ ਉਸ ਜੀਵਨ ਨਾਲ ਜਿਹੜਾ ਜੇਲ੍ਹ ਵਿੱਚ ਸੀਗਾ, ਵੀ ਜੇਲ੍ਹ ਵਿੱਚ ਕੀ ਕਸ਼ਟ ਸਹੇ ਆ, ਜੇਲ੍ਹ ਵਿੱਚ ਕੀ ਝੱਲਿਆ ਆ। ਸੋ ਉਹ ਪੁਸਤਕ ਜੇਲ੍ਹ ਚਿੱਠੀਆਂ ਜਿਹੜੀ ਪੁਸਤਕ ਆ, ਉਹਦੇ ਵਿੱਚ ਚਿੱਠੀਆਂ ਲਿਖੀਆਂ ਹੋਈਆਂ ਆ ਯਾਨੀ ਨਾਰ ਸਿੰਘ ਜੀ ਹੋਣਾ ਨੂੰ, ਭਾਈ ਸਾਹਿਬ ਜੀ ਹੋਣਾ ਨੇ, ਵੀ ਆਹ ਚੀਜ਼ ਹੋ ਰਹੀ ਆ। ਉਹ ਚਿੱਠੀਆਂ ਪੜ੍ਹ ਕੇ ਹੀ ਬੰਦਿਆਂ ਦਾ ਜੀਵਨ ਬਦਲੀ ਜਾ ਰਿਹਾ। ਉਹਦੇ ਵਿੱਚ ਗੁਰਸਿੱਖੀ ਦੀ ਗੱਲ
ਗੁਰਸਿੱਖੀ ਦੇ ਸਿਧਾਂਤ ਜਿਹੜੇ ਦੱਸੇ ਹੋਏ ਆ। ਫਿਰ ਉਹਨਾਂ ਦੀ ਟਰਾਂਸਲੇਸ਼ਨ ਕੀਤੀ ਹੋਈ ਹੈ ਦੂਸਰੀਆਂ ਭਾਸ਼ਾਵਾਂ 'ਚ, ਇੰਗਲਿਸ਼ ਦੇ ਵਿੱਚ, ਹੋਰ ਭਾਸ਼ਾਵਾਂ ਵਿੱਚ ਵੀ ਹੈ। ਜਿਹੜੀ ਪਹਿਲੀ ਚਿੱਠੀ ਲਿਖੀ ਗਈ ਸੀ ਉਹ ਅੱਜ ਦੇ ਦਿਨ 19 ਮਾਰਚ 1922 ਨੂੰ ਲਿਖੀ ਗਈ ਸੀ। ਸੋ 100 ਸਾਲ ਹੋ ਗਿਆ ਉਸ ਚਿੱਠੀ ਲਿਖੀ ਨੂੰ। ਉਸ ਤੋਂ ਬਾਅਦ ਦੂਸਰੀ ਚਿੱਠੀ 24 ਮਾਰਚ ਨੂੰ, ਫਿਰ 30 ਮਾਰਚ ਨੂੰ। ਤੇ ਔਰ ਇਹ ਜਿਹੜੀਆਂ ਚੀਜ਼ਾਂ ਸੀਗੀਆਂ, ਇਸ ਤੋਂ ਇਲਾਵਾ ਜਿਹੜੇ ਗਦਰੀ ਬਾਬੇ ਸੀਗੇ ਸਾਡੇ, ਉਹਨਾਂ ਨੂੰ ਯਾਦ ਨਹੀਂ ਕੋਈ ਕਰ ਰਿਹਾ। ਹੁਣ ਵੀ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ, ਉਹਨਾਂ ਨੇ ਭਗਤ ਸਿੰਘ ਹੋਣਾ ਨੂੰ ਯਾਦ ਕੀਤਾ ਆ, ਭਗਤ ਸਿੰਘ ਦੀਆਂ ਫੋਟੋਆਂ ਲਾਈਆਂ, ਪਰ ਉਹਨਾਂ ਦੇ ਪ੍ਰੇਰਨਾ ਸਰੋਤ ਕੌਣ ਸੀਗੇ? ਕਰਤਾਰ ਸਿੰਘ ਸਰਾਭੇ ਦਾ ਨਾਂ ਨਹੀਂ ਕੋਈ ਲੈ ਰਿਹਾ ਨਾ। ਉਹਨੂੰ ਗਦਰੀ ਯੋਧਿਆਂ ਨੂੰ ਅਣਗੌਲਿਆਂ ਕੀਤਾ। ਤੇ ਸਾਡੇ ਕੋਲ ਅੱਜ ਇੱਕ ਸ਼ਖਸੀਅਤ, ਇਹਨਾਂ ਨੂੰ ਮੈਂ ਪਹਿਲੀ ਵਾਰੀ ਡਰਬੀ ਦੇ ਵਿੱਚ ਮਿਲਿਆ ਸੀ, ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਜੈ ਤੇਗ ਸਿੰਘ ਅਨੰਤ। ਇਹਨਾਂ ਨੇ ਉਸ ਚੀਜ਼ ਨੂੰ ਹਿਲਾਇਆ। ਗਦਰੀ ਬਾਬਿਆਂ ਦੇ ਸੰਬੰਧ ਦੇ ਵਿੱਚ ਇਹਨਾਂ ਨੇ ਪੁਸਤਕਾਂ ਲਿਖੀਆਂ। ਫਿਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀਆਂ ਚਿੱਠੀਆਂ ਇਹਨਾਂ ਨੇ ਆਪ ਸੰਗਤ ਕੀਤੀ, ਉਹਨਾਂ ਦੀ 6-7 ਵਾਰੀ ਉਹਨਾਂ ਨੂੰ ਮਿਲੇ ਆ। ਔਰ ਸਭ ਤੋਂ ਵੱਡੀ ਗੱਲ ਆ ਕਿ ਇਹਨਾਂ ਨੇ ਜਿਹੜਾ ਇਹਨਾਂ ਦਾ ਪਿਛੋਕੜ ਸੀ ਉਹ ਸਿੱਖ ਧਰਮ ਦੇ ਨਾਲ, ਸਿੱਖ ਪੰਥ ਦੇ ਨਾਲ ਜੁੜਿਆ ਹੋਇਆ ਸੀ। ਸੋ ਭਾਈ ਸਾਹਿਬ ਹੋਣਾ ਨੇ ਜਿਹੜੀਆਂ ਪੁਸਤਕਾਂ ਖਾਸ ਜਿਹੜੀਆਂ ਇਹਨਾਂ ਦੀਆਂ ਹੈਗੀਆਂ, ਬੜੀਆਂ ਦੇਣ ਹੈ ਇਹਨਾਂ ਦੀ, ਇਹਨਾਂ ਨੇ ਜਿਹੜੀਆਂ ਕੀਤੀਆਂ ਉਹਦੇ ਵਿੱਚ ਸੀ ਗਦਰ ਲਹਿਰ ਦੀ ਕਹਾਣੀ, ਗਦਰੀ ਯੋਧੇ, ਗਦਰ ਦੀ ਗੂੰਜ। ਤੇ ਇੱਕ ਇਹਨਾਂ ਨੇ ਭਾਈ ਸਾਹਿਬ ਜੀ ਤੇ ਹੋਣਾ ਤੇ ਸਿਮਰਤੀ ਗ੍ਰੰਥ ਲਿਖਿਆ ਭਾਈ ਸਾਹਿਬ ਭਾਈ ਰਣਧੀਰ ਸਿੰਘ ਤੇ, ਜਿਹੜੀਆਂ ਫੋਟੋਆਂ ਕਿਸੇ ਕੋਲ ਨਹੀਂ ਸੀ, ਉਹ ਫੋਟੋਆਂ ਲਾ ਕੇ ਉਹਨਾਂ ਨੇ ਪੁਸਤਕ ਤਿਆਰ ਕੀਤੀ, ਵੱਡੇ ਆਕਾਰ ਦੀ ਪੁਸਤਕ ਹੈ। ਤੇ ਗਦਰੀ ਯੋਧੇ ਪੁਸਤਕ ਜਿਹੜੀ ਸੀ, ਇਹ ਪਹਿਲੇ ਆਪਣੇ ਲੇਖਕ ਹੈਗੇ ਆ ਕੈਨੇਡਾ ਦੇ, ਜਿਨ੍ਹਾਂ ਨੂੰ ਉੱਥੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਸਰਵੋਤਮ ਪੁਰਖ ਦਾ ਅਵਾਰਡ ਜਿਹੜਾ ਉਹ ਮਿਲਿਆ ਹੈਗਾ। ਤਾਂ ਭਾਈ ਸਾਹਿਬ ਜੀ ਇੱਥੇ ਹਾਜ਼ਰ ਆ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਸਟੇਜ ਤੇ ਆ ਜਾਣ। ਤੇ ਉਹ ਜਿਹੜੀਆਂ ਚਿੱਠੀਆਂ ਸੀਗੀਆਂ, ਗਿਆਨੀ ਨਾਰ ਸਿੰਘ ਜੀ ਹੋਣਾ ਦਾ ਇਹ ਹਰੇਕ ਸਾਲ ਜਨਮ ਦਿਨ ਮਨਾਉਂਦੇ ਆ, ਔਰ ਆ ਕੋਵਿਡ ਦਾ ਕਰਕੇ ਥੋੜਾ ਜਿਹਾ ਹੋ ਗਿਆ। ਔਰ ਇਹਨਾਂ ਨੂੰ ਇੱਕ ਹੋਰ ਆਪ ਜੀ ਨੇ, ਜਿੰਨੇ ਕੀਰਤਨ ਕਰਨ ਵਾਲੇ ਆਪ ਜੀ ਹੋ, ਆਪਾਂ ਹੁਣ ਕੀਰਤਨ ਫੋਨ ਤੋਂ ਕਰਦੇ ਹਾਂ, ਪਹਿਲਾਂ ਕੀਰਤਨ ਕਿੱਥੋਂ ਕਰਦੇ ਸੀ? ਅੰਮ੍ਰਿਤ ਕੀਰਤਨ ਤੋਂ। ਔਰ ਅੰਮ੍ਰਿਤ ਕੀਰਤਨ ਦੇ ਰਾਈਟਰ ਦਾ ਕੋਈ ਨਾਂ ਨਹੀਂ ਹੈ। ਉਹ ਭਾਈ ਸਾਹਿਬ ਜੀ ਦੇ ਪਿਤਾ ਜੀ ਸਰਦਾਰ ਹਰਚੰਦ ਸਿੰਘ ਜੀ, ਉਹਨਾਂ ਨੇ ਉਹ ਅੰਮ੍ਰਿਤ ਕੀਰਤਨ ਦੀ ਜਿਹੜੀ ਪੋਥੀ ਹੈ ਉਹ ਤਿਆਰ ਕੀਤੀ ਸੀ, ਉਹਨਾਂ ਨੇ ਆਪਣਾ ਨਾਂ ਨਹੀਂ ਦਿੱਤਾ। ਸੋ ਇਹ ਉਹਨਾਂ ਦੀ ਸੰਗਤੋਂ ਕਰਦੇ ਆਏ ਆ, ਉਹਨਾਂ ਦੀ ਸਮਿਆਂ 'ਚ ਵਿਚਰਦੇ ਆਏ ਆ। ਤੇ ਇਹਨਾਂ ਦੀਆਂ ਪ੍ਰੈਜੈਂਟੇਸ਼ਨਸ ਜਿਹੜੀਆਂ ਇੰਗਲੈਂਡ ਦੇ ਵਿੱਚ, ਉੱਥੇ ਬਹੁਤ, ਅਸੀਂ ਤਾਂ ਇਹਨਾਂ ਦੀ ਉੱਥੇ ਪੂਰੇ ਗੈਲਰੀ ਦੇ ਵਿੱਚ ਜਿੰਨੀਆਂ ਫੋਟੋਆਂ ਅਸੀਂ ਵੱਡੀਆਂ ਕਰਕੇ ਲਾਈਆਂ ਸੀ, ਤੇ ਇਹਨਾਂ ਨੇ ਉੱਥੇ ਬਹੁਤ ਵਧੀਆ ਢੰਗ ਦੇ ਨਾਲ ਇਹਨਾਂ ਨੇ ਦੱਸਿਆ ਸੀ। ਔਰ ਕਈ ਚੀਜ਼ਾਂ ਦਾ ਅਸੀਂ ਪੁਸਤਕਾਂ ਵੀ ਪੜ੍ਹੀਆਂ ਆ, ਪੜ੍ਹਦੇ ਵੀ ਆ, ਕਈਆਂ ਚੀਜ਼ਾਂ ਦਾ ਸਾਨੂੰ ਵੀ ਨਹੀਂ ਸੀ ਪਤਾ। ਸੋ ਇਹ ਭਾਈ ਸਾਹਿਬ ਜੀ ਹੋਣਾ ਦੀ ਇਹ ਖਾਸੀਅਤ ਆ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਆ, ਔਰ ਇਹਨਾਂ ਨੇ ਇਹ ਸੇਵਾਵਾਂ ਕੀਤੀਆਂ ਆ। ਆਓ ਇਹਨਾਂ ਦੇ ਕੋਲੋਂ ਆਪਾਂ ਕੁਝ ਸਮਾਂ ਉਹ ਪੁਸਤਕਾਂ ਬਾਰੇ, ਖਾਸ ਕਰਕੇ ਜੇਲ੍ਹ ਚਿੱਠੀਆਂ ਦੇ, ਪਹਿਲੀ ਚਿੱਠੀ ਕਿਸ ਤਰ੍ਹਾਂ ਦੀ, ਜੇਲ੍ਹ ਚਿੱਠੀਆਂ ਦੇ ਬਾਰੇ, ਜੋ ਵੀ ਭਾਈ ਸਾਹਿਬ ਜੀ ਹੋਣਾ ਦਾ ਉਹਨਾਂ ਦਾ ਜੀਵਨ ਸੀਗਾ, ਕੁਛ ਇਹ ਆਪਣੇ ਜਿਹੜੇ ਇਹਨਾਂ ਦੇ ਤਜਰਬੇ ਉਹਨਾਂ ਦੇ ਨਾਲ, ਤੇ ਕੁਛ ਜਿਹੜੀਆਂ ਚੀਜ਼ਾਂ ਇਤਿਹਾਸਕ ਤੱਥਾਂ ਦੇ ਨਾਲ ਆਪ ਜੀ ਦੇ ਨਾਲ ਸਾਂਝ ਪਾਉਣਗੇ। ਸਤਿਕਾਰਯੋਗ ਭਾਈ ਜੈ ਤੇਗ ਸਿੰਘ ਜੀ ਅਨੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੀ ਹਜ਼ੂਰੀ 'ਚ ਬਰਾਜੇ ਸਾਧ ਸੰਗਤ ਜੀਓ, ਆਓ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਮੈਨੂੰ ਤੁਹਾਡੇ ਦਰਸ਼ਨ ਕਰਨ ਦਾ ਜਿਹੜਾ ਸੁਭਾਗ ਪ੍ਰਾਪਤ ਹੋਇਆ ਹੈ, ਉਹ ਜਿਹੜੀ ਮੇਰਾ ਵਿਸ਼ਾ ਜਿਹੜਾ ਹੈ, ਇਹ ਅੱਜ ਦਾ ਦਿਨ
एक बड़ा मुकद्दस दिन है, बहुत ही इतिहासक दिन है। अज तो 100 साल पहला राजमंदरी जेल विच भाई साहब भाई रणधीर सिंह जी, जिन्होंने इबादत ते बगावत का मुजस्मा कहते हैं, जिन्होंने पंथ की सून चिड़ी कहते हैं, जो कहनी ते करनी का सूरमा से जिहड़ा गुरमत मार्ग का पांधी से, उन्हें उस जेल दे विच जेल चिट्ठियां की आरंभता की। अज का दिहाड़ा 19 मार्च को उन्होंने पहली चिट्ठी जिहड़ी है राजमंदरी जेल के विचों लिखी गई सी। ये जिहड़ी चिट्ठी सी उन्होंने अपने अत प्यारे जिहड़े उन्होंने संगी साथी सन, जिहड़े उन्होंने नाल लाहौर कॉन्स्पिरेंसी केस दे विच उन्होंने सजा हुई सी, ये चिट्ठियां ज्ञानी नाहर सिंह जी ने लिखिया सन। भाई साहब का जन्म 1978 का सी, ज्ञानी जी का जन्म 1878 का जिहड़ा जन्म भाई साहब का सी, तो ज्ञानी नाहर सिंह जी का जन्म 1892 का। उन्होंने तो 14 साल छोटे सन। भाई साहब नारंगवाल के सन तो वो गुजरवाल के सन। ये जिहड़े मैं कुछ तुहाडे नाल डायलॉग शेयर कर रहे हैं, इस भाई साहब तो नाहर सिंह विच ही रहणगे वधेरे तौर पर, जदों कि भाई साहब के नाल जिहड़ा फिरोजपुर कांड सी, वो करीब 60 तो उत्ते जिहड़े सी ਸਿੰਘਾਂ ने नौजवानों ने उहदे विच अपनी जिहड़ी है शहादत कह लो, अपनी जिहड़ी है उहदे च शामिल हुए सन। मगर उन्होंने चो जिहड़े सजा हुई सी वो सिर्फ 22 जणियां नूं हुई सी। इस करके इहदे लई जरूरी है कि भाई साहब किवें राजमंदरी जेल च आए ने, भाई साहब का नाहर सिंह का कनैक्शन कदों तो कित्थों बनिया, ये चिट्ठियां होरां नूं क्यों नहीं लिखिया गई, भाई सज्जन सिंह नारंगवाल नूं क्यों नहीं लिखी, भाई सुरजन सिंह गुजरवाल नूं क्यों नहीं लिखी, भाई अतर सिंह ढेकमपुर नूं क्यों नहीं लिखी गई, भाई दलीप सिंह फल्लेवाल नूं क्यों नहीं लिखी। ये चिट्ठियां जो लिखिया गई ने वो चिट्ठियां मानयोग भाई नाहर सिंह जी नूं लिखिया गई ने। मैं इत्थे दसना चाहता हाँ कि भाई नाहर सिंह जिहड़े सन, उन्होंने जिहड़ा संबंध है भाई साहब का, ये करीब 1909 के विच मालवा खालसा स्कूल तो शुरू होंदा। पहले जिहड़े स्कूल सन वो मुसलमानों के लीजियां के लुधियाने स्कूल सी या गोरियां के स्कूल सी। मालवा खालसा स्कूल की जिहड़ी होंद वो 1909 के विच लुधियाने दे विच हुई। उन्होंने एक किस्म का गदर की जिहड़े हैं नौजवानों की एक छावनी भी कहा जाता है कि भाई साहब इत्थे हर बुधवार ते हर एतवार नूं इत्थे कीर्तन करते सन बोर्डिंग हाउस बच्चों के विच। बच्चों के विच जिहड़ा सिੱਖੀ का जज्बा है वो भाई साहब ने एक कीर्तन के द्वारा शुरू किया सी और उत्थे गुरपुरबां ते अमृत संचार होंदा खंडे बाटे का, और बच्चों नूं सिੱਖੀ दे नाल बाणी ते बाणी दे नाल जोड़ना ये सी। ज्ञानी नाहर सिंह जी उस मालवा खालसा स्कूल के जिहड़ी भुजंगी सभा सी, भुजंगी सभा दे विच वो उन्हां दे सकत्तर सन, जिहदे नाल भाई साहब दा उन्हां दे नाल। मैं इत्थे दसना चाहुंदा हाँ कि जदों रकाबगंज का मसला चल रहा सी और उस वक्त 30 मई 1914 में लाहौर के लंडा बाजार के एक मीटिंग हुई सी रकाबगंज के सिलसिले। उस मीटिंग के विच जिथे साडे हैडमास्टर धर्म सिंह, इकबाल सिंह बूपा राय ते होर सज्जन गए, उस मीटिंग के विच ज्ञानी नाहर सिंह जी ने भी अपनी शमूलियत की सी। तुहानूं ये पता होना चाहिए कि हिंदुस्तान की आज़ादी का असीं तां भाई साहब को तो कीर्तन के रूप में लिया, एक कीर्तनी सन बड़े बड़े, मगर उन्हों का जिहड़ा गदरी स्वरूप से वो असीं घट जानते हैं।
ਜਿਹੜੀ ਮੇਰੀ ਗੱਲ ਹੈ ਉਹ ਗਦਰ ਦੇ ਦੁਆਲੇ ਵਿੱਚ ਹੀ ਹੋਏਗੀ। ਪੋਇਨਰ ਜਿਹੜੇ ਹਿੰਦੁਸਤਾਨ ਦੀ ਆਜ਼ਾਦੀ ਦਾ ਹਿੰਦੁਸਤਾਨ ਵਿੱਚ ਪੋਇਨਰ ਜਿਹੜਾ ਸੀ ਪੰਜਾਬ ਦੇ ਵਿੱਚ, ਉਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਸਨ। ਬਾਬਾ ਵਿਸਾਖਾ ਸਿੰਘ ਅਮਰੀਕਾ 'ਚ ਇੰਡੀਆ ਗਏ ਨੇ, ਕਰਤਾਰ ਸਿੰਘ ਸਰਾਭਾ ਅਮਰੀਕਾ 'ਚ ਗਿਆ, ਹੋਰ ਜਿੰਨੇ ਵੀ ਗਏ ਨੇ, ਕੋਈ ਫਿਲੀਪਾਈਨ ਦੇ ਵਿੱਚੋਂ ਗਿਆ, ਕੋਈ ਕੈਨੇਡਾ ਦੇ ਵਿੱਚੋਂ ਗਿਆ, ਕੋਈ ਇਸ ਤਰ੍ਹਾਂ ਦੂਜੇ ਮੁਲਕਾਂ ਦੇ ਵਿੱਚੋਂ ਗਏ। ਉਹ ਸਮਾਂ ਸੀ ਜਦੋਂ ਪਹਿਲਾ ਮਹਾਜਨ ਚੱਲ ਰਿਹਾ ਸੀ, ਔਰ ਇਹ ਫੈਸਲਾ ਕੀਤਾ ਕਿ ਹਿੰਦੁਸਤਾਨ ਦੇ ਵਿੱਚ ਗਦਰ ਦੀ ਜਿਹੜੀ ਇਹ ਗੂੰਜ ਕੀਤੀ ਜਾਏ ਔਰ ਮੁਲਕ ਨੂੰ ਆਜ਼ਾਦ ਕੀਤਾ ਜਾਏ। ਉਸ ਵਕਤ ਇੱਥੇ ਹੀ ਸਟਾਕਟਨ ਦੇ ਵਿੱਚ, ਅਮਰੀਕਾ ਦੇ ਵਿੱਚ ਔਰ ਕੈਨੇਡਾ 'ਚ ਵਿਚਾਰ ਕੀਤਾ ਗਿਆ ਕਿ ਹਿੰਦੁਸਤਾਨ ਸਾਡੀ ਕੌਮ ਇਹ ਕਰੇਗਾ ਪੈਰਵੀ, ਜਿਨ੍ਹਾਂ 'ਚੋਂ ਸਾਡੇ ਸਤਿਕਾਰਯੋਗ ਜਿਹੜੇ ਕਿ ਬਜ਼ੁਰਗ ਗਦਰੀ ਸਨ, ਉਹ ਚਾਈਨਾ ਤੋਂ ਗਏ ਸਨ, ਉਹਨਾਂ ਦਾ ਇਹਦੇ 'ਚ ਬੜਾ ਵੱਡਾ ਰੋਲ ਸੀ। ਉਹਦੇ 'ਚ ਇਹ ਫੈਸਲਾ ਕੀਤਾ ਕਿ ਇਹਦੇ ਵਿੱਚ ਹਿੰਦੁਸਤਾਨ ਦੇ ਵਿੱਚ ਗਦਰ ਦੀ ਜਿਹੜੀ ਹੈ ਉਹ ਭਾਈ ਰਣਜੀਤ ਸਿੰਘ ਜਿਹੜੇ ਨਾਰੰਗਵਾਲ, ਉਹ ਭਾਈ ਸਾਹਿਬ ਨੂੰ ਨਾਰੰਗਵਾਲ ਇਹ ਸਾਰੇ ਜਿਹੜੇ ਸਾਥੀ ਸਨ, ਇਹ ਜਾ ਕੇ ਉਹਨਾਂ ਨੂੰ ਮਿਲੇ, ਉਹਨਾਂ ਨੂੰ ਬੇਨਤੀ ਕੀਤੀ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹਦੇ 'ਚ ਅਗਵਾਈ ਸਾਡੀ ਕਰੋ। ਉਹ ਉਸ ਤੋਂ ਮਗਰੋਂ ਜਦੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ, ਲਾਹੌਰ ਜਿਹੜਾ ਸੀ ਫਿਰੋਜ਼ਪੁਰ ਦਾ ਜਿਹੜਾ ਜਿੱਥੇ ਛਾਉਣੀ 'ਤੇ ਕਬਜ਼ਾ ਕਰਨਾ ਸੀ, ਔਰ ਉਸ ਸਮੇਂ ਇਹ ਡੇਟ ਫਿਕਸ ਹੋਈ ਕਿ ਫਲਾਣੇ ਦਿਨ ਅਸੀਂ ਜਾ ਕੇ ਫਿਰੋਜ਼ਪੁਰ ਛਾਉਣੀ ਦੇ ਵਿੱਚ ਕਬਜ਼ਾ ਕਰਨਾ ਹੈ, ਉਹਦੀ ਸਾਰੀ ਪਲੈਨਿੰਗ। ਉਹ ਉਸ ਤੋਂ ਪਹਿਲਾਂ ਇਹ ਕਾਫੀ ਮੀਟਿੰਗ ਜਿਹੜੀਆਂ ਕਈ ਥਾਵਾਂ 'ਤੇ ਹੋਈਆਂ ਨੇ, ਜਿਨ੍ਹਾਂ 'ਚੋਂ ਇੱਕ ਮੀਟਿੰਗ ਜਿਹੜੀ ਸੀ 14 ਫਰਵਰੀ ਨੂੰ ਗੁੱਜਰਵਾਲ ਮੀਟਿੰਗ ਹੋਈ ਸੀ, ਜਿਹਦੇ ਵਿੱਚ ਸਾਡੇ ਕਾਫੀ ਜਿਹੜੇ ਬੰਦੇ ਨੇ, ਭਾਈ ਈਸ਼ਰ ਸਿੰਘ ਢੁੱਡੀਕੇ ਔਰ ਭਾਈ ਉਤਮ ਸਿੰਘ ਹੰਸ, ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਔਰ ਇਸ ਤੋਂ ਇਲਾਵਾ ਗਿਆਨੀ ਨਾਹਰ ਸਿੰਘ ਵੀ ਉਸ ਮੀਟਿੰਗ ਵਿੱਚ ਸੀ। ਉਸ ਤੋਂ ਮਗਰੋਂ ਹੀ ਕਰਤਾਰ ਸਿੰਘ ਸਰਾਭਾ ਢਿੰਡਾਰੀ ਕਲਾ ਦੇ ਰਾਹ ਦੇ ਵਿੱਚ ਭਾਈ ਸਾਹਿਬ ਨੂੰ ਮਿਲੇ ਨੇ, ਔਰ ਉਹ ਜਿਹੜਾ ਐਕਸ਼ਨ ਸੀ ਫਿਰੋਜ਼ਪੁਰ ਦਾ, ਉਹਦੇ ਬਾਰੇ ਉਹਨਾਂ ਨੇ ਇਹ ਬਣਾਇਆ ਕਿ ਉਹ ਐਕਸ਼ਨ ਕਿਵੇਂ ਕਰਨਾ ਹੈ, ਕਿਸ ਤਰ੍ਹਾਂ ਕਰਨਾ ਹੈ। ਕਰਤਾਰ ਸਿੰਘ ਸਰਾਭੇ ਦੀ ਉਹਨਾਂ ਨਾਲ ਮੀਟਿੰਗ ਭਾਈ ਸਾਹਿਬ ਨਾਲ ਹੁੰਦੀ। ਮਗਰ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਕਰਤਾਰ ਸਿੰਘ ਸਰਾਭੇ ਨੇ ਭਾਈ ਸਾਹਿਬ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਫਲਾਣੇ ਦਿਨ ਫਲਾਣੇ ਸਮੇਂ ਲੁਧਿਆਣੇ ਤੋਂ ਗੱਡੀ ਫੜਨੀ ਹੈ। ਭਾਈ ਸਾਹਿਬ ਨੇ ਉਹਦੇ ਬਚਨ ਸੁਣ ਲਏ ਨੇ, ਮਗਰ ਆਪਣੇ ਦਿਲ ਦੀ ਗੱਲ ਉਹਨਾਂ ਨਾਲ ਸਾਂਝੀ ਨਹੀਂ ਕੀਤੀ। ਸਰਾਭਾ ਤਾਂ ਭਾਈ ਸਾਹਿਬ ਤੋਂ ਕਾਫੀ ਛੋਟਾ ਸੀ। ਜਿਸ ਦਿਨ ਇਹ ਐਕਸ਼ਨ ਹੋਣਾ ਸੀ, ਭਾਈ ਸਾਹਿਬ ਆਪਣੇ ਜਥੇ ਦੇ ਨਾਲ 60 ਬੰਦਿਆਂ ਨਾਲ ਲੁਧਿਆਣੇ ਦੀ ਥਾਂ ਮੁੱਲਾਂਪੁਰ ਤੋਂ ਇਹ ਭਾਈ ਸਾਹਿਬ ਜੀ ਗੱਡੀ ਫੜਦੇ ਨੇ, ਔਰ ਨਾਲ ਇਹਨਾਂ ਦੇ ਇਹ ਢੋਲਕੀ ਛੈਣੇ ਇਹ ਕੀਰਤਨ ਕਰਦੇ ਹੋਏ ਫਿਰੋਜ਼ਪੁਰ ਨੂੰ ਕੂਚ ਕਰਦੇ ਨੇ, ਜਿਹਦੇ 'ਚ ਗਿਆਨੀ ਨਾਹਰ ਸਿੰਘ ਵੀ ਇਹਨਾਂ ਦੇ ਨਾਲ ਸੀ। ਉਹ ਜਦੋਂ ਰਾਹ 'ਚ ਚੈਕਿੰਗ ਹੁੰਦੀ ਹੈ, ਉਹਨਾਂ ਨੇ ਇਹੀ ਸੋਚਿਆ ਕਿ ਕੋਈ ਬਰਾਤ ਜਾ ਰਹੀ ਹੈ, ਵਿਆਹ ਦੇ ਨੇ ਬੰਦੇ, ਇਹ ਸੱਚਲੀ ਕਿਸੇ ਨੂੰ ਇਹਨਾਂ 'ਤੇ ਐਕਸ਼ਨ ਨਹੀਂ, ਕੋਈ ਸ਼ੱਕ ਨਹੀਂ ਹੋਇਆ। ਜਦੋਂ ਫਿਰੋਜ਼ਪੁਰ ਟਿਕਾਣੇ 'ਤੇ ਪਹੁੰਚ ਜਾਂਦੇ ਨੇ, ਉਹ ਜਿੱਥੇ ਇਹਨਾਂ ਨੇ ਐਕਸ਼ਨ ਕਰਨਾ ਸੀ ਉਹ ਫਲਾਪ ਹੋ ਜਾਂਦਾ ਹੈ। ਔਰ ਇਸ ਤਰ੍ਹਾਂ ਜਿਹੜੇ ਗਦਰੀ ਭਾਈ ਸਾਹਿਬ ਨਾਲ ਵੀ ਗਏ ਹੁੰਦੇ ਨੇ ਜਾਂ ਦੂਜੀ ਥਾਵਾਂ ਤੋਂ ਵੀ ਆਏ ਹੁੰਦੇ ਨੇ, ਉਹ ਸਾਰੇ ਖਿੰਡ ਪੁੰਡ ਜਾਂਦੇ ਨੇ। ਇਸੇ ਤਰ੍ਹਾਂ ਭਾਈ ਸਾਹਿਬ ਨਾਭੇ, ਕਿਉਂਕਿ ਉਹਨਾਂ ਦੇ ਪਿਤਾ ਭਾਈ ਨੱਥਾ ਸਿੰਘ ਨਾਭੇ ਜੱਜ ਸਨ, ਉਹ ਉੱਥੇ ਚਲੇ ਜਾਂਦੇ ਨੇ। ਗਿਆਨੀ ਨਾਹਰ ਸਿੰਘ ਗੁੱਜਰਵਾਲ ਚਲੇ ਜਾਂਦੇ ਨੇ। ਇਸੇ ਤਰ੍ਹਾਂ ਸੱਜਣ ਸਿੰਘ ਲਾਲ ਸਿੰਘ ਨਾਰੰਗਵਾਲ ਚਲੇ ਜਾਂਦੇ ਨੇ, ਔਰ ਇਸੇ ਤਰ੍ਹਾਂ ਹਰਭਜਨ ਸਿੰਘ ਚਮਿੰਡਾ ਆਪਣੇ ਆਪਣੇ ਘਰਾਂ ਚਲੇ ਜਾਂਦੇ ਨੇ। ਉਹ ਮੈਂ ਇੱਥੇ ਇਹ ਦੱਸਣਾ ਚਾਹੁੰਦਾ ਹਾਂ ਕਿ 9 ਮਈ ਨੂੰ ਭਾਈ ਸਾਹਿਬ ਨੂੰ ਨਾਭੇ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ, ਔਰ ਇਸੇ ਤਰ੍ਹਾਂ 25 ਜੂਨ ਨੂੰ ਭਾਈ ਸਾਹਿਬ ਨੂੰ ਗਿਆਨੀ ਨਾਹਰ ਸਿੰਘ ਨੂੰ ਇੱਥੋਂ ਗੁੱਜਰਵਾਲ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਉਸ ਤੋਂ ਮਗਰੋਂ ਇਹ ਸਾਰਿਆਂ ਨੂੰ ਜਿਹੜਾ ਹੈ ਲੁਧਿਆਣੇ ਦੇ ਵਿੱਚ ਇਹਨਾਂ ਨੂੰ ਜਿਹੜਾ ਸੀ ਥਾਣੇ ਦੇ ਵਿੱਚ ਔਰ ਜੇਲ੍ਹ ਦੇ ਵਿੱਚ ਉੱਥੇ ਲੁਧਿਆਣੇ ਰੱਖਿਆ ਜਾਂਦਾ ਹੈ। ਔਰ ਇਹਨਾਂ ਦਾ ਜਿਹੜਾ ਕੇਸ ਸੀ ਮੁਕੱਦਮਾ, ਇਹ 29 ਜਿਹੜੀ ਸੀ ਅਕਤੂਬਰ ਨੂੰ ਲਾਹੌਰ 'ਚੋਂ ਸ਼ੁਰੂ ਹੋਣਾ ਸੀ, ਅਤੇ ਇਸ ਲਈ ਇਹਨਾਂ ਨੂੰ 27 ਅਕਤੂਬਰ ਨੂੰ ਇੱਕੋ ਗੱਡੀ ਦੇ ਵਿੱਚ ਸਾਰਿਆਂ ਨੂੰ ਲਾਹੌਰ ਦੇ ਵਿੱਚ ਲੈ ਕੇ ਜਾਂਦੇ ਨੇ। 29 ਅਕਤੂਬਰ ਨੂੰ ਇਹ ਮੁਕੱਦਮਾ ਸ਼ੁਰੂ ਹੁੰਦਾ, ਜਿਹਦਾ ਫੈਸਲਾ 30 ਮਾਰਚ 1916 ਨੂੰ ਹੁੰਦਾ ਹੈ। ਉਹ 3 ਜੱਜ ਹੁੰਦੇ ਨੇ। ਉਸ ਮੁਕੱਦਮੇ ਦੇ ਫੈਸਲੇ ਵਿੱਚ ਭਾਈ ਸਾਹਿਬ
ਤੇ ਇਹਨਾਂ ਦੇ ਸਾਥੀਆਂ ਨੂੰ ਉਮਰ ਕੈਦ, ਕਾਲੇ ਪਾਣੀ ਦੀ ਸਜ਼ਾ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਦਿੱਤੀ ਜਾਂਦੀ ਹੈ। ਔਰ ਉਸ ਸਮੇਂ ਜਦੋਂ ਇਹ ਕਾਰਜ ਕੀਤਾ ਜਾਂਦਾ ਹੈ ਉਹਦੇ ਵਿੱਚ ਹੀ ਜਿਹੜੇ ਨਾਲ ਇਹ ਆਪਣੇ ਗਿਆਨੀ ਨਾਹਰ ਸਿੰਘ ਜੀ ਨੇ ਇਹਨਾਂ ਨੂੰ ਵੀ ਸਜ਼ਾ ਦਿੱਤੀ ਜਾਂਦੀ ਹੈ। ਇਹ ਸਾਰਿਆਂ ਨੂੰ ਲਾਹੌਰ ਸੈਂਟਰਲ ਜੇਲ੍ਹ ਤੋਂ 4 ਅਪ੍ਰੈਲ 1916 ਨੂੰ, ਅੱਧੇ ਬੰਦਿਆਂ ਨੂੰ ਤਾਂ ਇੱਥੇ ਸ਼ਿਫਟ ਕੀਤਾ ਜਾਂਦਾ ਹੈ ਮੁਲਤਾਨ ਜੇਲ੍ਹ ਦੇ ਵਿੱਚ, ਬਾਕੀ ਜਿਹੜੇ ਹੁੰਦੇ ਨੇ ਉਹਨਾਂ ਨੂੰ ਮਿੰਟਗੁਮਰੀ ਕੀਤਾ ਜਾਂਦਾ ਹੈ, ਜਿਨ੍ਹਾਂ ਦੇ ਵਿੱਚੋਂ ਇਹ ਗਿਆਨੀ ਨਾਹਰ ਸਿੰਘ ਨੇ, ਬਾਬਾ ਸੁਰਜਨ ਸਿੰਘ ਨੇ ਹੋਰ। ਉਹਦਾ ਕਾਰਨ ਇਹ ਸੀ ਕਿ ਇਹਨਾਂ ਦੀ ਉਮਰਾਂ ਛੋਟੀਆਂ ਸਨ ਤੇ ਫਰੰਗੀ ਸਰਕਾਰ ਨੇ ਫੈਸਲਾ ਕੀਤਾ ਹੋਇਆ ਸੀ ਕਿ ਇਹਨਾਂ ਨੂੰ ਉਮਰ ਕੈਦ ਨਹੀਂ, ਇਹਨਾਂ ਨੂੰ ਸਮੇਂ ਤੋਂ ਪਹਿਲਾਂ ਅਸੀਂ ਰਿਹਾ ਕਰ ਦੇਣਾ ਹੈ। ਇਸੇ ਤਰ੍ਹਾਂ ਗਿਆਨੀ ਨਾਹਰ ਸਿੰਘ ਤੇ ਕੁਝ ਸਾਥੀ ਇਹ ਜਿਹੜੇ ਨੇ 1919 ਦੇ ਵਿੱਚ ਰਿਹਾ ਹੋ ਜਾਂਦੇ ਨੇ। ਔਰ ਉਸ ਤੋਂ ਮਗਰੋਂ 16 ਜੁਲਾਈ 1916 ਤੋਂ ਅਕਤੂਬਰ 1921 ਤੱਕ ਇਹਨਾਂ ਨੂੰ ਹਜ਼ਾਰੀ ਬਾਗ ਰੱਖਿਆ ਜਾਂਦਾ ਹੈ। ਹਜ਼ਾਰੀ ਬਾਗ ਬਿਹਾਰ ਦੇ ਵਿੱਚ ਸੀ, ਹੁਣ ਉਹ ਦੂਜੇ ਸੂਬੇ 'ਚ ਸ਼ਿਫਟ ਕਰ ਜਾਂਦੀ ਹੈ। ਤੇ ਫਿਰ ਅਕਤੂਬਰ 1921 ਦੇ ਵਿੱਚ ਇਹਨਾਂ ਨੂੰ ਰਾਜਮੰਦਰੀ ਜੇਲ੍ਹ 'ਚ ਲਿਆ ਜਾਂਦਾ ਹੈ। ਉਹ ਮੈਂ ਇੱਥੇ ਦੱਸਣਾ ਚਾਹੁੰਦਾ, ਇਹ ਰਾਜਮੰਦਰੀ ਜੇਲ੍ਹ ਜਿਹੜੀ ਹੈ ਇਹ 1602 ਵਿੱਚ ਡੱਚ ਨੇ ਇੱਕ ਕਿਲ੍ਹੇ ਦੇ ਰੂਪ ਵਿੱਚ ਨੂੰ ਇਹਦਾ ਨਿਰਮਾਣ ਬੜੇ ਵੱਡੇ ਪੱਧਰ 'ਤੇ ਕੀਤਾ ਸੀ। 1864 ਵਿੱਚ ਇਹ ਬ੍ਰਿਟਿਸ਼ ਸਰਕਾਰ ਦੇ ਸਮੇਂ ਇਹਨੂੰ ਜੇਲ੍ਹ ਦਾ ਰੂਪ ਦਿੱਤਾ ਗਿਆ ਤੇ 1870 ਦੇ ਵਿੱਚ ਇਹਨੂੰ ਕੇਂਦਰੀ ਜੇਲ੍ਹ ਦਾ ਇਹਦਾ ਰੂਪ ਕਰ ਦਿੱਤਾ ਗਿਆ। ਹਿੰਦੁਸਤਾਨ ਦੀ 5 ਵੱਡੀਆਂ ਜੇਲ੍ਹਾਂ ਦੇ ਵਿੱਚੋਂ ਰਾਜਮੰਦਰੀ ਜੇਲ੍ਹ ਸੀ। ਰਾਜਮੰਦਰੀ ਜੇਲ੍ਹ ਦੇ ਵਿੱਚ ਜਿੱਥੇ ਭਾਈ ਸਾਹਿਬ ਨੇ ਚਿੱਠੀਆਂ ਦੀ ਸ਼ੁਰੂਆਤ ਕੀਤੀ, ਉੱਥੇ ਮੈਂ ਦੱਸਣਾ ਚਾਹੁੰਦਾ ਕਿ ਭਾਈ ਸਾਹਿਬ ਦੀ ਜਿਹੜੀ ਪੁਸਤਕ ਹੈ ਗੁਰਮਤਿ ਵਿਵੇਕ, ਗੁਰਮਤਿ ਵਿਵੇਕ ਜਿਹੜੀ ਹੈ ਪੁਸਤਕ ਦੀ ਆਰੰਭਤਾ ਵੀ ਰਾਜਮੰਦਰੀ ਜੇਲ੍ਹ 'ਚ ਹੋਈ ਹੈ। ਇਹ ਜਿਹੜੀ ਪੁਸਤਕ ਸੀ ਗੁਰਮਤਿ ਵਿਵੇਕ, ਇਹ 224 ਪੰਨਿਆਂ ਦੀ ਇਹ ਪੁਸਤਕ ਭਾਈ ਸਾਹਿਬ ਨੇ 1922 ਵਿੱਚ ਇਹ ਇਸ ਰਾਜਮੰਦਰੀ ਜੇਲ੍ਹ ਵਿੱਚ ਬੰਦੀ ਸਮੇਂ ਲਿਖੀ ਗਈ ਸੀ। ਔਰ ਜਿਸ ਦੀ ਪ੍ਰਕਾਸ਼ਨ ਜੁਲਾਈ 1946 ਵਿੱਚ ਕੀਤੀ ਗਈ। ਇਸ ਦੇ 2 ਭਾਗ ਸਨ। ਪਹਿਲਾ ਪ੍ਰਕਰਨ ਨਾਮ ਸਿਮਰਨ ਵਿਵੇਕ ਹੈ ਤੇ ਦੂਜਾ ਪ੍ਰਕਰਨ ਰਹਿਤ ਵਿਵੇਕ ਹੈ। ਸਿਮਰਨ ਵਿਵੇਕ ਦੇ 42 ਅਤੇ ਰਹਿਤ ਵਿਵੇਕ ਦੇ ਵਿੱਚ 43 ਵਿਸ਼ੇ ਹਨ। ਉਹ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਜਿਹੜੇ ਗਿਆਨੀ ਨਾਹਰ ਸਿੰਘ ਜੀ ਸਨ, ਉਹਨਾਂ ਨੇ ਜਿਹੜੀਆਂ ਚਿੱਠੀਆਂ ਲਿਖੀਆਂ ਗਈਆਂ, ਇਹ ਟੋਟਲ ਚਿੱਠੀਆਂ 25 ਨੇ। ਬਹੁਤੀਆਂ ਚਿੱਠੀਆਂ ਰਾਜਮੰਦਰੀ ਜੇਲ੍ਹ ਵਿੱਚੋਂ ਨੇ, ਕੁਝ ਚਿੱਠੀਆਂ ਨਾਗਪੁਰ ਜੇਲ੍ਹ ਵਿੱਚੋਂ ਲਿਖੀਆਂ ਗਈਆਂ ਨੇ। ਔਰ ਭਾਈ ਸਾਹਿਬ ਦੇ ਅਤਿ ਵਿਸ਼ਵਾਸ ਪਾਤਰ ਗਿਆਨੀ ਨਾਹਰ ਸਿੰਘ ਨੇ ਇਹ ਚਿੱਠੀਆਂ ਕਰੀਬ 14 ਸਾਲ ਆਪਣੀ ਹਿੱਕ ਨਾਲ ਲਾ ਕੇ ਰੱਖੀਆਂ ਸਨ, ਕਿਉਂਕਿ ਗੋਰਿਆਂ ਦੀ ਨਜ਼ਰ ਵਿੱਚ ਭਾਈ ਨਾਹਰ ਸਿੰਘ ਗਦਰੀਆਂ ਦਾ ਇੱਕ ਪੋਸਟਮੈਨ ਗਰਦਾਨਿਆ ਜਾਂਦਾ ਸੀ। ਔਰ ਇਸ ਕਰਕੇ ਉਹਦੇ ਜਿੱਥੇ ਵੀ ਉਹਨਾਂ ਨੇ ਜਾਣਾ, CID ਦਾ ਇੱਕ ਬੰਦਾ ਉਹਨਾਂ ਦੇ ਮਗਰ ਹੀ ਰਹਿੰਦਾ ਸੀ, ਉਹ ਦੇਖਦੇ ਰਹਿੰਦੇ ਸਨ। ਇਹ ਚਿੱਠੀਆਂ ਦੀ ਜਿਹੜੀ ਅਸਲ ਪ੍ਰਕਾਸ਼ਨ ਹੈ, ਇਹ ਪਹਿਲਾ ਐਡੀਸ਼ਨ, ਪਹਿਲਾ ਭਾਗ 1936 'ਚ ਹੋਇਆ, ਦੂਜਾ ਭਾਗ 1937 'ਚ ਹੋਇਆ ਤੇ 1938 ਦੇ ਵਿੱਚ ਇਹਦੇ ਜਿਹੜੇ ਭਾਗ ਨੇ ਦੋਨੋਂ ਇਕੱਠੇ ਕਰਕੇ ਇਹਨੂੰ ਇੱਕੋ ਸਰੂਪ ਦੇ ਵਿੱਚ ਇਹਨੂੰ ਤਿਆਰ ਕਰ ਦਿੱਤਾ ਜਾਂਦਾ ਹੈ। ਇੱਥੇ ਮੈਂ ਇਹ ਗੱਲ ਜ਼ਰੂਰ ਦੱਸਣੀ ਚਾਹੁੰਦਾ ਹਾਂ ਕਿ ਜਿਹੜੀਆਂ ਭਾਈ ਸਾਹਿਬ ਦੀਆਂ ਚਿੱਠੀਆਂ ਸਨ, ਉਹ ਚਿੱਠੀਆਂ ਜਦੋਂ ਦੂਜਾ ਮਹਾਜੰਗ ਚੱਲ ਰਿਹਾ ਸੀ, ਸਾਡੇ ਸਿੰਘ ਜਿਹੜੇ ਬੜੇ ਜਥੇ ਦੇ ਵਿੱਚ ਆਏ, ਉਹਨਾਂ ਦੀ ਜੇਲ੍ਹ ਚਿੱਠੀਆਂ ਦੇ ਨਾਲ ਹੀ ਪਰਿਵਰਤਨ, ਇਹ ਇੱਕ ਜੇਲ੍ਹ ਚਿੱਠੀਆਂ ਇੱਕ ਇੰਸਪਾਇਰੇਸ਼ਨ ਸੀ। ਉਹਨਾਂ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਜਾਂਦੀ ਸੀ, ਇੱਕ ਨਵਾਂ ਜੋਸ਼ ਪੈਦਾ ਕੀਤਾ ਜਾਂਦਾ ਸੀ ਜੇਲ੍ਹ, ਕਿਉਂਕਿ ਉਹਨਾਂ ਦੇ ਜਿਹੜੇ ਚਿੱਠੀਆਂ ਦੇ ਵਿੱਚ ਜਿਹੜਾ ਵੀ ਸੀ ਉਹ ਸਾਰਾ ਉਹਨਾਂ ਦੇ ਸਵੇ ਜੀਵਨੀ ਸੀ ਕਿ ਜਿਹੜੀ ਜ਼ਿੰਦਗੀ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਬਿਤਾਈ। ਕਿਉਂਕਿ ਭਾਈ ਸਾਹਿਬ ਦੇ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਉਹਨਾਂ ਦੀ ਜ਼ਿੰਦਗੀ ਦਾ ਆਧਾਰ ਕੀਰਤਨ ਤੇ ਚਿੰਤਨ ਸੀ।
ਅਸੀਂ ਸਿਰਫ ਕੀਰਤਨ ਦੇ ਵਿੱਚ ਹੀ ਰੱਖਿਆ। ਉਹ ਸਾਨੂੰ ਇੱਕ ਅਫਸੋਸ ਹੀ ਨਾਲ ਕਹਿਣਾ ਪੈਂਦਾ ਕਿ ਬਹੁਤੇ ਥਾਵਾਂ 'ਤੇ ਵੇਖਿਆ ਜਾਂਦਾ ਇੱਕ ਜਦੋਂ ਕੀਰਤਨ ਕਰ ਲੈਂਦਾ ਉਹ ਮੱਥਾ ਟੇਕ ਕੇ ਵਾਪਸ ਘਰ ਚਲਾ ਜਾਂਦਾ। ਅਸੀਂ ਦੂਜੇ ਦਾ ਸ਼ਬਦ ਵੀ ਨਹੀਂ ਸੁਣਦੇ। ਭਾਈ ਸਾਹਿਬ ਦੀਆਂ ਕਿਤਾਬਾਂ ਤੋਂ ਇੰਨੀ ਐਲਰਜੀ ਸਾਨੂੰ ਕਦੇ ਵੀ ਚਿੰਤਨ ਕਰਨ ਦੀ ਸਾਨੂੰ ਸਮਝ ਨਹੀਂ ਮਿਲਿਆ ਕਿ ਭਾਈ ਸਾਹਿਬ ਦੀਆਂ ਕਿਤਾਬਾਂ ਦੀ ਧੂੜ ਲਾ ਦਈਏ ਕਿ ਦੇਖੀਏ ਭਾਈ ਸਾਹਿਬ ਨੇ ਗੁਰਮਤਿ ਵਿਵੇਕ ਦੇ ਵਿੱਚ ਕੀ ਲਿਖਿਆ ਹੈ, ਫਲਾਣੀ ਕਿਤਾਬ ਦੇ ਵਿੱਚ ਕੀ ਲਿਖਿਆ, ਉਹਨਾਂ ਦਾ ਅਮੀਰ ਫਲਸਫਾ ਕੀ ਹੈ। ਇਹ ਬੜੀ ਵੱਡੀ ਗੱਲ ਹੈ। ਉਹ ਮੈਂ ਭਾਈ ਸਾਹਿਬ ਦੇ ਕੋਈ 12-14 ਵਾਰ ਨਾਰੰਗਵਾਲ, ਚੰਡੀਗੜ੍ਹ, ਸ਼ਿਮਲਾ ਔਰ ਇੱਥੇ ਕੀ ਕਹਿੰਦੇ ਨੇ ਕੁਮਾਰਹੱਟੀ ਉਹਨਾਂ ਦੇ ਦਰਸ਼ਨ ਕੀਤੇ ਨੇ। ਇਹ ਕੁਮਾਰਹੱਟੀ ਭਾਈ ਸਾਹਿਬ ਨੇ ਜਿੱਥੇ ਉਹਨਾਂ ਦਾ ਛੋਟਾ ਜਿਹਾ ਘਰ ਸੀ ਬਣਿਆ ਹਾਂ, ਇਹ ਗੱਲ 1954-55 ਦੀ ਹੈ। ਮੈਂ ਭਾਈ ਸਾਹਿਬ ਨੂੰ ਆਪ ਦੇਖਿਆ ਘਰ ਦੇ ਬਾਹਰ ਉਹਨਾਂ ਨੇ ਇੱਕ ਛਤਰੀ ਜਿਹੜਾ ਗਾਰਡਨ ਅੰਬਰੇਲਾ ਉਹ ਲਾਈ ਹੁੰਦੀ ਸੀ, ਉਹਦੇ ਥੱਲੇ ਮੇਜ਼ ਰੱਖਿਆ ਹੁੰਦਾ ਸੀ, ਦੋ ਕੁਰਸੀਆਂ ਸਨ, ਇੱਕ ਆਰਾਮ ਦੇ ਇੱਕ ਦੂਜੀ, ਜਿਹਦੇ 'ਤੇ ਬਹਿ ਕੇ ਭਾਈ ਸਾਹਿਬ ਗੁਰਮਤਿ ਸਾਹਿਤ ਦੀ ਰਚਨਾ ਕਰਦੇ ਸਨ। ਉਹ ਜਦੋਂ ਜੇਲ੍ਹਾਂ ਦੇ ਜਿਹੜੇ ਭਾਈ ਸਾਹਿਬ ਰਹੇ ਨੇ ਉਹਨਾਂ ਦਾ ਜਿਹੜਾ ਸੀ ਉਹਨਾਂ ਦਾ ਧਿਆਨ ਬਾਣੀ ਦੇ ਨਾਲ ਹੀ ਸੀ। ਉਹਨਾਂ ਦੇ ਅੰਦਰ ਜਿਹੜਾ ਸੀ ਉਹ ਇੱਕ ਇਹੋ ਜਿਹੀ ਜੋਤ ਜਲਦੀ ਸੀ ਜਿਹੜੀ ਉਹਨਾਂ ਦੇ ਵਿੱਚ ਸ਼ਕਤੀ ਪੈਦਾ ਕਰਦੀ ਸੀ। ਔਰ ਜਿਹੜੇ ਉਹਨਾਂ ਨੇ ਕੜੇ ਪਾਏ ਸਨ ਭਾਈ ਸਾਹਿਬ ਨੇ, ਉਹ ਛੈਣਿਆਂ ਦਾ ਰੂਪ ਅਖਤਾਰ ਕੇ ਉਹ ਕੀਰਤਨ ਨਾਮ ਅਭਿਆਸ, ਉਹ ਤੁਸੀਂ ਇਹ ਜਿਨ੍ਹਾਂ ਨੇ ਜੇਲ੍ਹ ਚਿੱਠੀਆਂ ਪੜ੍ਹੀਆਂ ਨੇ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋਏਗਾ ਕਿ ਜਦੋਂ ਇਹ ਇੱਥੇ ਜੇਲ੍ਹ ਦੇ ਵਿੱਚ ਸਨ ਹਜ਼ਾਰੀ ਬਾਗ, ਉਹਨਾਂ ਨੇ 45 ਤੋਂ ਉੱਤੇ ਜਿਹੜੇ ਸਾਡੇ ਗਦਰੀ ਸਨ ਉਹਨਾਂ ਨੂੰ ਬਾਣੀਆਂ ਜਿਹੜੀਆਂ ਸਨ ਕੰਠ ਕਰਵਾ ਦਿੱਤੀਆਂ ਤੇ ਇੰਨੀਆਂ ਬਾਣੀਆਂ ਕੱਟ ਹੋ ਗਈਆਂ ਜੇ ਰਾਤ ਨੂੰ ਵੱਖ-ਵੱਖ ਬੈਠਕਾਂ 'ਚ ਉਹ ਕਰਦੇ ਸਨ। ਉਹ ਵੱਖ-ਵੱਖ ਜੋੜੀਆਂ ਦੇ ਵਿੱਚ ਉਸ ਪਾਠ ਦਾ ਜਿਹੜਾ ਉਚਾਰਨ ਕਰਦੇ ਸਨ। ਮੈਂ ਹੁਣ ਇੱਥੇ ਮੈਂ ਤੁਹਾਨੂੰ ਕੁਛ ਉਹਨਾਂ ਦੀਆਂ ਚਿੱਠੀਆਂ ਜਿਹੜੀਆਂ ਨੇ ਉਹਨਾਂ ਦੇ ਬਾਰੇ ਮੈਂ ਕੁਛ ਦੱਸਣਾ ਚਾਹੁੰਦਾ ਹਾਂ। ਜਿਹੜੀਆਂ ਵੀ ਉਹਨਾਂ ਦੀਆਂ ਚਿੱਠੀਆਂ ਸੁਣੀਆਂ ਜਾਂ ਪੜ੍ਹੀਆਂ ਜਾਂਦੀਆਂ ਸਨ ਉਹ ਪੜ੍ਹਨ ਵਾਲੇ ਅਸ਼ ਕਰ ਉੱਠਦੇ ਸਨ ਕਿਉਂਕਿ ਇਹਨਾਂ ਵਿੱਚ ਕੁਝ ਖਾਸ ਖੂਬੀਆਂ ਸਨ। ਪਹਿਲੇ ਨੰਬਰ 'ਤੇ ਉੱਚ ਆਤਮਕ ਰੰਗਾਂ ਦੇ ਭੇਖੀ ਪਰਖੀ ਹੋਈ ਆਪ ਬੀਤੀ ਵਾਰਤਾ ਸੀ ਜੋ ਨਾਮ ਬਾਣੀ ਦੇ ਪ੍ਰਤਾਪ ਨੂੰ ਦਿਲਾਉਂਦੀ ਤੇ ਗੁਰਮਤ ਪਰ ਸ਼ਰਧਾ ਤੇ ਭਾਵਨੀ ਦਿਖਾਉਂਦੀ ਸੀ। ਦੂਜੇ ਨੰਬਰ 'ਤੇ ਗੁਰਬਾਣੀ ਦੀਆਂ ਗੁਣੀਆਂ ਰਮਜ਼ਾਂ ਤੇ ਨਾਮ ਸਿਮਰਨ ਆਦਿ ਦੀ ਐਸੀ ਰਸਦਾਇਕ ਚਰਜ ਵਿਆਖਿਆ ਹੈ ਜੋ ਬਿਨਾਂ ਨਾਮ ਬਾਣੀ ਦੇ ਰਸ ਲੀਨ ਤੋਂ ਸੰਪੂਰਨ ਹੋਣੀ ਅਸੰਭਵ ਹੈ। ਤੀਜਾ, ਸਿੱਖ ਇਤਿਹਾਸ ਦੇ ਨੁਕਤਾ ਨਿਗਾਹ ਨਾਲ ਇਹ ਇੱਕ ਦੁਰਲੱਭ ਦਸਤਾਵੇਜ਼ ਹੈ। ਸ਼ਾਇਦ ਹੀ ਇਸ ਤਰ੍ਹਾਂ ਦੀਆਂ ਤਜਰਬੇ ਵਿੱਚ ਆਈਆਂ ਉੱਚ ਆਤਮਕ ਗੱਲਾਂ ਕਿਸੇ ਨੇ ਇਉਂ ਰਸ ਭਿੰਨੀ ਵਾਕ ਰਚਨਾ ਵਿੱਚ ਲਿਖੀਆਂ ਹੋਣਗੀਆਂ। ਖਿਆਲ ਕੀਤਾ ਜਾਂਦਾ ਹੈ ਸਿੱਖਾਂ ਵਿੱਚ ਕਿਸੇ ਨੇ ਨਾ ਕਿਸੇ ਹੋਰ ਨੇ ਇਹ ਜਿਹੀ ਰਚਨਾ ਹੁਣ ਤੱਕ ਰਚੀ ਹੋਈ। ਮੁੱਕਦੀ ਗੱਲ ਕਿ ਇਹ ਚਿੱਠੀਆਂ ਦਾ ਇਹ ਮਜ਼ਮੂਨ ਧਾਰਮਿਕ, ਇਤਿਹਾਸਿਕ ਤੇ ਸਾਹਿਤਕ ਨੁਕਤਾ ਖਿਆਲ ਨਾਲ ਇੱਕ ਦੁਰਲੱਭ ਚੀਜ਼ ਹੈ ਜੋ ਸ਼੍ਰੀਮਾਨ ਭਾਈ ਸਾਹਿਬ ਦਾ ਅਨੁਭਵ ਇੰਸਪਾਇਰੇਸ਼ਨ ਦੁਆਰਾ ਸਪੂਰਨ ਹੋ ਕੇ ਕਲਮ ਦੁਆਰਾ ਪ੍ਰਗਟ ਹੋਈਆਂ ਹਨ। ਇਹਨਾਂ 'ਚ ਦੱਸਿਆ ਗਿਆ ਹੈ ਕਿ ਨਾਮ ਦੀ ਖੋਜ ਤੇ ਪ੍ਰਾਪਤੀ ਤੋਂ ਬਾਅਦ ਜੋਤ ਸਰੂਪੀ ਦਰਸ਼ਨ ਕਿਵੇਂ ਹੋਏ। ਇਸ ਤਰ੍ਹਾਂ ਦੀਆਂ ਹੋਰ ਵੀ ਕਈ ਗੁਰਮਤ ਤੇ ਉੱਚ ਭਾਵਨੀਆਂ ਗੱਲਾਂ ਇਸ ਦੇ ਵਿੱਚ ਦਰਜ ਹਨ। ਭਾਈ ਸਾਹਿਬ ਰਣਜੀਤ ਸਿੰਘ ਜੀ ਨੇ ਕੁੱਲ 25 ਇਤਿਹਾਸਕ ਚਿੱਠੀਆਂ ਲਿਖੀਆਂ ਹਨ ਜਿਸ ਦਾ ਮੁੱਢ ਰਾਜਨੀਤੀ ਜੇਲ੍ਹ ਵਿੱਚ ਹੋਇਆ ਹੈ। ਇਹ ਆਪ ਦੀ ਕਰਮ ਭੂਮੀ ਸੀ। ਇਹ ਸਾਰੀਆਂ ਚਿੱਠੀਆਂ ਭਾਈ ਸਾਹਿਬ ਨੇ ਆਪਣੇ ਇੱਕ ਅਜਿਹੇ ਮਿੱਤਰ ਜੋ ਰਾਜਸੀ ਕੈਦੀ ਦੇ ਤੌਰ 'ਤੇ ਖੁਦ ਲਾਹੌਰ ਸਾਜ਼ਿਸ਼ ਦੇ ਤਹਿਤ ਕੈਦ ਕੱਟ ਕੇ ਆਪਣੇ ਪਿੰਡ ਆ ਗਿਆ ਸੀ। ਇਹ ਕੋਈ ਹੋਰ ਨਹੀਂ ਬਲਕਿ ਨਾਗ ਸਿੰਘ ਗੁਜਰਵਾਲ ਸੀ। ਭਾਈ ਸਾਹਿਬ ਦਾ ਅਤ ਵਿਸ਼ਵਾਸ ਪਾਤਰ ਨਿਕਟਵਰਤੀ ਤੇ ਉਹਨਾਂ ਦੇ ਜੀਵਨ ਦੇ ਬਿਖਰੇ ਰਾਹਾਂ ਤੇ ਤੁਰਨ ਵਾਲਾ ਉਹਨਾਂ ਦਾ ਅਤ ਪਿਆਰਾ ਸਨੇਹੀ ਮਿੱਤਰ ਗਿਆਨੀ ਨਾਹਰ ਸਿੰਘ ਗੁਜਰਵਾਲ ਜਿਨ੍ਹਾਂ ਨੂੰ ਆਪਣੀ ਸੰਪਾਦਨਾ ਹੇਠ ਜੇਲ੍ਹ ਚਿੱਠੀਆਂ ਦਾ ਮਹਾਨ ਕਾਰਜ ਕੀਤਾ। ਇੱਥੇ ਮੈਂ ਜੇਲ੍ਹ ਚਿੱਠੀਆਂ ਦੇ ਨਾਲ ਦੱਸਣਾ ਚਾਹੁੰਦਾ ਗਿਆਨੀ ਨਾਹਰ ਸਿੰਘ ਨੇ ਇੱਕ ਕਿਤਾਬ ਛੱਡ ਕੇ
ਸਾਰੀਆਂ ਕਿਤਾਬਾਂ ਗਿਆਨੀ ਨਾਹਰ ਸਿੰਘ ਜੀ ਨੇ ਹੀ ਇਹਨੂੰ ਐਡਿਟ ਕੀਤੀਆਂ ਨੇ, ਸੰਪਾਦਨਾ ਕੀਤੀ। ਜਿਹੜੀ ਕੀਤੀ ਨਹੀਂ ਸੀ ਉਹਦਾ ਨਾਂ ਸੀ ਝਟਕਾ ਮਾਸ ਪਰਥਾਏ। ਉਹ ਕਿਤਾਬ ਅਸੀਂ ਛਪਾ ਰਹੇ ਹਾਂ, ਜਲਦੀ ਕੁਝ ਮਹੀਨਿਆਂ 'ਚ ਉਹ ਕਿਤਾਬ ਆ ਜਾਏਗੀ। ਉਹ ਕਿਤਾਬ ਭਾਈ ਸਾਹਿਬ ਭਾਈ ਮੋਹਨ ਸਿੰਘ ਗਾਰਡ ਨੇ ਉਹਦਾ ਇਨੀਸ਼ੀਏਟਿਵ ਲਿਆ ਸੀ ਤੇ ਉਹ ਕਿਤਾਬ ਗਿਆਨੀ ਨਾਹਰ ਸਿੰਘ ਜੀ ਨੇ ਐਡਿਟ ਨਹੀਂ ਕੀਤੀ ਸੀ। ਭਾਈ ਸਾਹਿਬ ਦੀਆਂ ਭਾਈ ਸਾਹਿਬ ਜਿਹੜੇ ਗਿਆਨੀ ਨਾਹਰ ਸਿੰਘ ਜੀ ਸਨ, ਉਹ ਆਪ ਇੱਕ ਜਿਹੜੇ ਸਨ ਇੱਕ ਚੰਗੇ ਅਧਿਆਪਕ ਸਨ, ਔਰ ਇਸ ਤੋਂ ਇਲਾਵਾ ਅਧਿਆਪਕ ਤੋਂ ਇਲਾਵਾ ਔਰ ਸੰਪਾਦਕ ਸਨ, ਲਿਖਾਰੀ ਸਨ, ਇਤਿਹਾਸਕਾਰ ਸਨ। ਔਰ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਇੰਨੀਆਂ ਕਿਤਾਬਾਂ ਆਈਆਂ ਨੇ, ਜਿਨ੍ਹਾਂ ਦੀ ਪਹਿਲੀ ਇੱਕ ਕਿਤਾਬ ਸੀ ਗਜ਼ਲ ਦੀ ਕਹਾਣੀ, ਉਹਨੂੰ ਪਾਤਸ਼ਾਹ ਜੀ ਭਾਗ ਨੇ ਅਵਾਰਡ ਦਿੱਤਾ ਹੈ। ਪੰਜਾ ਸਾਹਿਬ ਦਾ ਇਤਿਹਾਸ ਭਾਈ ਸਾਹਿਬ ਦਾ ਉਹਨਾਂ ਨੇ ਲਿਖਿਆ ਹੈ। ਇੱਥੇ ਜਿਹੜੇ ਤੁਹਾਡੇ ਇੱਕ ਗੁਰਦੁਆਰਾ ਹੈ, ਉਹ ਜਿਹੜੀ ਆਪਣੇ ਲਹਿੰਦੇ ਪੰਜਾਬ ਦੇ ਵਿੱਚ ਇਤਿਹਾਸਿਕ ਗੁਰੂ ਨਾਨਕ ਸਾਹਿਬ ਦਾ ਉਹ ਕਿਤਾਬ ਵੀ ਇਹਨਾਂ ਨੇ ਲਿਖੀ ਹੈ। ਔਰ ਲੁਧਿਆਣੇ ਦਾ ਭੂਗੋਲਿਕ ਇਤਿਹਾਸ ਵੀ ਇਹਨਾਂ ਨੇ ਲਿਖਿਆ। ਇਹਨਾਂ ਨੇ ਵੱਡੀ ਗਿਣਤੀ ਵਿੱਚ ਕਿਤਾਬਾਂ ਦੀ ਰਚਨਾ ਕੀਤੀ ਹੈ। ਔਰ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਉਹ ਤਿੰਨ ਜਿਹੜੇ ਨੇ ਆਪਣੇ ਅਖਬਾਰਾਂ ਦੇ ਸੰਪਾਦਕ ਰਹੇ ਨੇ, ਔਰ ਉਹ ਜਿਹੜੇ ਸੰਪਾਦਕ ਸਨ ਉਹ ਅਖਬਾਰਾਂ ਡੇਲੀ ਅਖਬਾਰਾਂ ਸਨ, ਜਿਹੜੀਆਂ ਅੰਮ੍ਰਿਤਸਰ ਤੋਂ ਛਪਦੀਆਂ ਸਨ, ਜਿਨ੍ਹਾਂ ਵਿੱਚ ਰੋਜ਼ਾਨਾ ਅਖਬਾਰ ਜਿਹੜਾ ਸੀ ਸਿੱਖ ਸੇਵਕ ਸੀ, ਕੌਮੀ ਦਰਦ ਸੀ। ਇਸ ਤੋਂ ਇਲਾਵਾ ਗਿਆਨੀ ਨਾਹਰ ਸਿੰਘ ਜਿਹੜੇ ਸਨ, ਉਸ ਤੋਂ ਮਗਰ ਜਿਹੜਾ ਉਹਨਾਂ ਦਾ ਹਫ਼ਤਾਵਾਰ ਪੇਪਰ ਨਿਕਲਦਾ ਰਿਹਾ, ਉਹਦਾ ਨਾਮ ਦਮਨ ਸੀ। ਗਿਆਨੀ ਨਾਹਰ ਸਿੰਘ ਜਿਹੜੇ ਸਨ ਉਹ ਭਾਈ ਸਾਹਿਬ ਦੇ ਅੱਤ ਵਿਸ਼ਵਾਸੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿਉਂਕਿ ਇਹ ਜਿਹੜੀ ਚੀਜ਼ ਹੈ, ਇੱਕ ਤਾਂ ਉਹਨਾਂ ਦੇ ਉਹ ਦੂਰ ਅੰਦੇਸ਼ੀ ਸਨ, ਉਹਨਾਂ ਦੇ ਨਾਲ ਅੰਡਰਸਟੈਂਡਿੰਗ ਸੀ ਕਿ ਜਦੋਂ ਭਾਈ ਸਾਹਿਬ ਨੂੰ ਨਾਗਪੁਰ ਤੋਂ ਜੇਲ੍ਹ ਤੋਂ ਲਾਹੌਰ ਸੈਂਟਰਲ ਜੇਲ੍ਹ ਵਿੱਚ ਸ਼ਿਫਟ ਕੀਤਾ ਜਾ ਰਿਹਾ ਸੀ ਤੇ ਅਟਾਰੀ ਸਟੇਸ਼ਨ 'ਤੇ ਅਚਾਨਕ ਹੀ ਅਕਾਲੀ ਕੌਰ ਸਿੰਘ ਉਹਨਾਂ ਦੀ ਸਟੇਸ਼ਨ 'ਤੇ ਤੁਰ ਪੈਂਦੇ ਨੇ। ਉਹਨਾਂ ਨੇ ਦਿੱਲੀ ਤੱਕ ਦਾ ਸਫ਼ਰ ਤੈਅ ਕੀਤਾ ਹੁੰਦਾ ਹੈ। ਜੋ ਦਿੱਲੀ ਉਤਰਨ ਲੱਗਦੇ ਨੇ, ਭਾਈ ਸਾਹਿਬ ਗਿਆਨੀ ਨਾਹਰ ਸਿੰਘ ਦਾ ਉਹਨਾਂ ਨੂੰ ਅਕਾਲੀ ਕੌਰ ਸਿੰਘ ਨੂੰ ਸਰਨਾਮੇ ਦਿੰਦੇ ਨੇ ਕਿ ਗੁੱਜਰਵਾਲ ਦਾ ਇੱਕ ਅੰਮ੍ਰਿਤਸਰ ਦਾ ਕਿ ਤਾਰਾ ਪਾ ਦਿਓ ਕਿ ਸਾਡੀ ਗੱਡੀ ਇਹ ਅੰਮ੍ਰਿਤਸਰ ਇੰਨੇ ਵਜੇ ਪਹੁੰਚਣੀ ਹੈ ਤੇ ਤੂੰ ਆ ਕੇ ਸਾਨੂੰ ਮਿਲ। ਜਦੋਂ ਅੰਮ੍ਰਿਤਸਰ ਗੱਡੀ ਭਾਈ ਸਾਹਿਬ ਦੀ ਪਹੁੰਚਦੀ ਹੈ, ਇਹ 1930 ਦੀ ਗੱਲ ਹੈ, ਤੇ ਗਿਆਨੀ ਨਾਹਰ ਸਿੰਘ ਸਟੇਸ਼ਨ 'ਤੇ ਉਹਨਾਂ ਦੀ ਉਡੀਕ ਕਰਦਾ ਸੀ। ਫਿਰ ਭਾਈ ਸਾਹਿਬ ਦੇ ਨਾਲ ਲਾਹੌਰ ਤੱਕ ਜਾਂਦਾ ਹੈ। ਮੇਰਾ ਕਹਿਣ ਦਾ ਭਾਵ ਇਹ ਇੱਥੇ ਦੱਸਣਾ ਹੈ ਕਿ ਇਹ ਇੱਕ ਰਿਲੇਸ਼ਨ ਸੀ। ਔਰ ਮੈਂ ਇੱਥੇ ਹੁਣ ਜਿਹੜੀ ਜ਼ਰੂਰੀ ਗੱਲ ਜਿਹੜੀ ਤੁਹਾਡੇ ਅੱਗੇ ਰੱਖਣਾ ਚਾਹਾਂਗਾ ਉਹ ਇਹ ਹੈ ਜਿਹੜੀ ਚਿੱਠੀ 19 ਮਾਰਚ ਨੂੰ ਭਾਈ ਸਾਹਿਬ ਨੇ ਇਹਨਾਂ ਨੂੰ ਲਿਖੀ ਗਿਆਨੀ ਨਾਹਰ ਸਿੰਘ ਨੂੰ, ਉਹਦੇ ਵਿੱਚ ਉਹ ਇਸ ਤਰ੍ਹਾਂ ਉਹਨਾਂ ਨੂੰ ਸੰਬੋਧਨ ਕਰਦੇ ਨੇ, ਮੇਰੇ ਪਰਮ ਹਿਤੂ ਵੀਰ ਪਿਆਰੇ ਸ਼੍ਰੀਮਾਨ ਭਾਈ ਨਾਹਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। आपने इशारे मात्र जो बाद की दशा दसी है वो साढ़े अपने अनुमान अनुसार पूरी उतरती दसी है। आपने जो उपराला दास के जीवन लिखण का किया है, आप दे उत्साह अनुसार मैं आपनू इसकी हलाशेरी ना देना आपका दिल तोड़ना समझदा हाँ, पर आपने जो जीवन चरित्र का पद लिखा है इस पढ़ के मैनू बड़ी लज्जा आई है। ਵੀਰ ਜੀ ਮੈਂ ਇਸ ਯੋਗ ਨੇ ਚਰਿੱਤਰ ਤਾਂ ਮਹਾਂਪੁਰਸ਼ਾਂ ਦੇ ਜੀਵਨ ਦੇ ਹੁੰਦੇ ਨੇ। ਮੈਂ ਤਾਂ ਇੱਕ ਆਦਮ ਤੇ ਅਲਪਗ ਜੀਵ ਹਾਂ ਜਿਸ ਵਿੱਚ ਕੋਈ ਅਜਿਹਾ ਗੁਣ ਨਹੀਂ ਜਿਸ ਦੇ ਕਿ ਜੀਵਨ ਦੇ ਕਿਸੇ ਅੰਗ ਉੱਪਰ ਥਾਏ ਕਿ ਚਰਿੱਤਰ ਦੇ ਪਦ ਘਟ ਸਕੇ। ਸੋ ਕਿਰਪਾ ਪੂਰਵਕ ਚਰਿੱਤਰ ਦਾ ਪਦ ਜੀਵਨ ਨਾਲੋਂ ਦੂਰ ਕਰਕੇ ਕੋਈ ਹੋਰ ਸਧਾਰਨ ਜਿਹਾ ਪਦ ਨਾਲ ਚਮੇੜ ਦੇਵੋ। मैं आप दे उत्साह तो आपनू हटाना वर्जना योग समझदा हाँ अते बड़ा खुश हाँ कि आपने अपने चिरां तो मन माने संकल्प नू इसे जन्म च पूरा करन दा उद्यम उतारिया है।
परंतु सच्ची गल तो यह है कि जीवन तो शहीद ਸਿੰਘਾਂ ਦੇ लिखते होंगे हैं जिन्हों ने कोई निगर पंथ की सेवा की होवे या उच्च कला दे करनी करके दिखा गए हों। मैं तो दिखा गए हों मैं तो जब अपने अंदर नज़र मार के देखता हाँ सब अवगुण में गुण नहीं कोई। सिर्फ देखो भाई साहब का जो लिखा है वो कितनी निमरता वो कितनी निर्मानता भाई साहब ने ये भी कहते हैं कि मैं तेन वर्जदा नहीं हाँ तू कुछ काम करना चाहता है तू लिखण पढ़न का काम करना चाहता है मगर मैं इन्हां गुणों का धारनी नहीं हाँ मैं तो एक मामूली जिहा आदमी हाँ। और उन्होंने अपने आप को एक छोटा जिहा अपना संबोधन करने की कोशिश की अपनी चिट्ठी के विच और उस तो अगे जाके कहते हैं अपनी लेखनी द्वारा लिखण का उत्साह प्रगट करते सी। उस उत्साह की लड़ी में जे दास का नाम भी कितने आ जाता है इस मैनू कोई संग प्रतीत नहीं होती। तूड़ी विच लडूंदरी सोहा नानक ते सह नाले हर हालत में आप का दिल नहीं तोड़ना चाहता। आप का जो अकैत अगमी प्यार मेरे नाल है वो कोई पूर्वले जन्म का अंकुर है अते पर पूर्वले लैन देन जापते हैं। अच्छा होवे रजा प्रेरणा जिमें हुई है तिवें ही वावा। आप दे मेले कई बार प्रथक वांग हुए पर आपने कभी भी ना दसिया कि ये कुछ कर रहे हो। कुछ लिखत पढ़त करते प्रतीत होंदे सी पर चरित्र वाला पाल चढ़ाते कदे ना दिसे। कि जानिए तिल थोड़े ही हों पर इतनी इच्छा अति तीव्र ऐसी कि संगत विच गुरुदेव गुरु ग्रंथ साहिब जी के चरण शरण कीर्तन करदे अथवा धर्म युद्ध विच लेखे लगदे शरीर फुटे पर जिस जोगे हाँ तिवें नहीं हुए जिव जिव हुक्म तिवें ते विकार। अजकल इत्थे हाड़ जेठ वर्गी गर्मी है हाड़ जेठ खबर नहीं इहो जी हो सब वीरां नूं सिनीमर फतेह बुलानी। मैं तुहानूं दसना चाहता कि मैनू इस गल की खुशी भी है कि भाई साहब दीयां जिन्नियां भी चिट्ठियां ने वो मैनू वेखण का पढ़न का सुभाग मिलिया है क्योंकि मेरा जिहड़ा ज़्यादा है कि अपने विरसे की विरासत नूं खास करके अकैडमिशियंस दे विच साझा करना वो मेरा यतन है। पंजाब दीयां यूनीवर्सिटियां ते भाई साहब ते खोज हुए भाई साहब दे हुण इत्थे पिछे एक लड़की जिहड़ी अमृतसर की पंजाब की पहली बीबा डॉक्टर बलविंदर कौर ढिल्लों उन्हें भाई साहब के गुरमुख चिंतन के उत्ते एक खोज की है। वो खोज के मैं बहुत सपोर्ट की है किताबां लिटरेचर वो भाई साहब के नाल जिन्ना भी है। हुण वो जी किताब है वो साडी किताब 7 मार्च नूं पटियाले पंजाबी यूनीवर्सिटी ते प्रोफैसर मनजीत सिंह जी रह चुके अकाल तख्त के जथेदार ने उन्होंने रिलीज़ की। और असीं चाहुंदे हां कि जेकर भाई साहब तो जिन्नी भी खोज की जाए थोड़ी है। ये मैं ये तुहानूं दसना चाहांगा कि भाई साहब के उत्ते जो भाई साहब के 2016-17 के पहली गदर की शताब्दी सी मैनू बड़े मुल्कों के भाई साहब के गदर मूवमेंट से बोलने का मौका मिला जिस असी लहंदे पंजाब के भी लाहौर के भी इसला जी यूनीवर्सिटी थोड़ी फैसलाबाद है वो भी गुजरावाला कॉलेज भी असी ये लेक्चर दिते उत्थे भी असी अनाउंस किया कि जोड़ा बच्चा भाई साहब के जीवन से उन्होंने शख्सियत से कोई PhD करेगा उन्होंने असी 1 लाख रुपए का अवार्ड देंगे तो असी वो थीसिस छापांगे। ये हमने रीसेंटली मैंने जानकारी मिली है कि लाहौर के एक बीबा जी है वो भाई साहब भाई जगतीत सिंह से डॉक्टर नबीला रहमान के थले वो PhD कर रही है। ये मैं एक होर तुहाडे नाल साझी करनी चाहांगा कि अज का दिन जिहड़ा एक मुकद्दस दिन है असी पूरे 100 साल बाद असी उस अपने
ਭਾਈ ਸਾਹਿਬ ਨੂੰ ਜਿਹੜੇ ਕਦਰੀ ਯੋਧੇ ਹੋਏ ਨੇ, ਕਰਨੀ ਤੇ ਕਹਿਣੀ ਦੇ ਸੂਰੇ ਹੋਏ ਨੇ, ਔਰ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਕਿ ਜਿਹੜੀ ਪੰਜਾਬੀ ਹੈ ਇਹ ਸਭ ਤੋਂ ਵੱਧ ਲਹਿੰਦੇ ਪੰਜਾਬ ਵਿੱਚ ਬੋਲੀ ਜਾਂਦੀ ਹੈ। ਲਹਿੰਦੇ ਪੰਜਾਬ ਦੇ ਵਿੱਚ 11 ਕਰੋੜ ਤੋਂ ਉੱਤੇ ਇਹ ਜਿਹੜੇ ਨੇ ਉਹ ਪੰਜਾਬੀ ਬੋਲਦੇ ਨੇ। ਇਸ ਕਰਕੇ ਅਸੀਂ ਫੈਸਲਾ ਕੀਤਾ ਕਿ ਭਾਈ ਸਾਹਿਬ ਦਾ ਜਿਹੜਾ ਲਿਟਰੇਚਰ ਹੈ, ਕਿਤਾਬਾਂ ਅਸੀਂ ਵੱਡੀ ਗਿਣਤੀ 'ਚ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਛੁਪਵਾਈਏ ਤਾਂ ਕਿ ਉੱਥੋਂ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਔਰ ਉੱਥੋਂ ਦੇ ਕਾਲਜਾਂ ਵਿੱਚ ਭਾਈ ਸਾਹਿਬ ਨੂੰ ਇੰਟਰੋਡਿਊਸ ਕੀਤਾ ਜਾਏ, ਕਿਉਂਕਿ ਉੱਥੋਂ ਦੀ ਜਿਹੜੀ ਬੋਲੀ ਹੈ ਗੁਰਮੁਖੀ ਨਹੀਂ ਸ਼ਾਹਮੁਖੀ ਹੈ, ਉਹਦੀ ਸਕ੍ਰਿਪਟ ਉਰਦੂ ਹੈ। ਅਸੀਂ ਇਹ ਕਾਰਜ ਉੱਥੇ ਕੀਤਾ ਔਰ ਜਿਹਦੇ ਵਿੱਚ ਜੇਲ੍ਹ ਚਿੱਠੀਆਂ ਦਾ ਲਿਪੀ ਅੰਤਰ ਮੀਨਸ ਟ੍ਰਾਂਸਲੇਸ਼ਨ ਹੋ ਚੁੱਕੀ ਹੈ, ਉਹ ਕਿਤਾਬ ਛਪ ਰਹੀ ਹੈ। ਇਸੇ ਤਰ੍ਹਾਂ ਇੱਕ ਰੰਗਲੇ ਸੱਜਣ ਜਿਹੜੀ ਹੈ ਉਹ ਪੁਸਤਕ ਅਸੀਂ ਉੱਥੋਂ ਦੇ ਜਿਹੜਾ ਪਹਿਲਾ ਸਾਡਾ ਪਾਕਿਸਤਾਨ ਦਾ ਸਿੱਖ ਸਕਾਲਰ ਹੈ ਪ੍ਰੋਫੈਸਰ ਡਾਕਟਰ ਕਲਿਆਣ ਸਿੰਘ, ਇਹ ਸੇਵਾ ਅਸੀਂ ਉਹਨਾਂ ਨੂੰ ਸੌਂਪੀ ਹੈ, ਉਹ ਬੜੀ ਜਲਦੀ ਉਹਦਾ ਲਿਪੀ ਅੰਤਰ ਕਰ ਦੇਣਗੇ। ਤੀਜੀ ਪੁਸਤਕ ਜਿਹੜੀ ਇੱਕ ਹੋਰ ਹੈ ਉਹ ਅਸੀਂ ਉਹ ਛਪਾਉਣ ਦਾ ਯਤਨ ਕਰ ਰਹੇ ਹਾਂ। ਉਹ ਵੀ ਜਿਹੜੀ ਕਿਤਾਬ ਹੈ ਉਹ ਆਪਣੇ ਕਲਿਆਣ ਸਿੰਘ ਨੇ ਆਪਣੀ ਲਿਪੀ ਅੰਤਰ ਕੀਤਾ ਹੈ, ਉਹ ਵੀ ਜਿਹੜਾ ਹੈ ਉੱਥੋਂ ਅਸੀਂ ਜਲਦੀ ਅਸੀਂ ਛਪਾ ਲਾਵਾਂਗੇ। ਔਰ ਇਹ ਜਿਹੜਾ ਜਿੰਨਾ ਵੀ ਲਿਟਰੇਚਰ ਹੋਏਗਾ ਇਹ ਵਿਸ਼ੇਸ਼ ਤੌਰ 'ਤੇ ਉੱਥੋਂ ਦੇ ਜਿਹੜੇ ਰਹਿੰਦੇ ਪੰਜਾਬ ਵਿੱਚ ਸਿੱਖ ਨੇ ਜਾਂ ਮੁਸਲਮਾਨ ਨੇ ਔਰ ਸਾਡੀ ਜਿਹੜੀ ਹੈ ਕਿ ਮਿਸ਼ਨਸ ਨੇ, ਯੂਨੀਵਰਸਿਟੀਆਂ ਨੇ, ਲਾਇਬ੍ਰੇਰੀਆਂ ਨੇ, ਉਹਨਾਂ 'ਚ ਅਸੀਂ ਤਕਸੀਮ ਕਰਾਂਗੇ। ਮੈਂ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ ਇਹਦੇ ਸੰਦਰਭ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਹਰ ਇੱਕ ਬੜਿਆਂ ਨੇ ਸਾਡੇ 'ਚੋਂ ਜੇਲ੍ਹ ਚਿੱਠੀਆਂ ਪੜ੍ਹੀਆਂ ਨੇ, ਮਤਲਬ ਕਿਸੇ ਨੂੰ ਇਹ ਯਾਦ ਨਹੀਂ ਕਿ 19 ਮਈ ਦਾ ਕਿਹੜਾ ਦਿਹਾੜਾ ਸੀ ਜਿੱਥੋਂ ਜੇਲ੍ਹ ਚਿੱਠੀਆਂ ਦਾ। ਮੈਂ ਕੋਈ ਪਿਛਲੇ 15-20 ਦਿਨਾਂ ਤੋਂ ਮੈਂ ਹਿੰਦੁਸਤਾਨ ਦੇ, ਇੰਗਲੈਂਡ, ਅਮਰੀਕਾ, ਕੈਨੇਡਾ ਇਹਨਾਂ ਵਿੱਚ ਬੜੀਆਂ ਥਾਵਾਂ 'ਤੇ ਮੈਂ ਆਰਟੀਕਲ ਲਿਖੇ ਨੇ ਜਿਹਦੇ 'ਚ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡਾ ਵਿਰਸਾ, ਸਾਡੀ ਵਿਰਾਸਤ ਕੀ ਹੈ, ਤੇ ਤਾਂ ਕਿ ਲੋਕ ਆਪਣੀ ਵਿਰਾਸਤ ਤੋਂ ਜਾਣੂ ਹੋਣ ਔਰ ਉਹਨਾਂ 'ਚ ਇੱਕ ਨਵੀਂ ਇੰਸਪਾਇਰੇਸ਼ਨ ਹੋਵੇ, ਇੱਕ ਨਵੀਂ ਉਹਨਾਂ ਦੀ ਖੋਜ ਦਾ ਜਿਹੜਾ ਹੈ ਉਹ ਪੈਦਾ ਹੋ ਸਕੇ। ਮੈਂ ਇਹ ਜਿਹੜਾ ਹੈ ਮੈਨੂੰ ਖੁਸ਼ੀ ਹੋਈ ਹੈ ਕਿ ਮੇਰੇ ਜਿਹੜੇ ਕੁਝ ਗੱਲਾਂ ਤੁਹਾਨੂੰ ਚੰਗੀਆਂ ਲੱਗਣ ਉਹਨੂੰ ਆਪਣੇ ਹਿਰਦੇ 'ਚ ਵਸਾ ਲੈਣਾ। ਔਰ ਇਹਦੇ ਨਾਲ ਹੀ ਮੈਂ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਇਹ ਅਚਨਚੇਤ ਹੋਇਆ, ਇਹ ਪ੍ਰੋਗਰਾਮ ਦੀ ਪਿੱਠ ਭੂਮੀ ਵਿੱਚ ਮੇਰੇ ਬਹੁਤ ਹੀ ਪਿਆਰੇ ਅਜ਼ੀਜ਼ ਜਿਨ੍ਹਾਂ ਦੇ ਮੈਂ ਦਰਸ਼ਨ ਪਹਿਲੀ ਵਾਰ ਡਰਬੀ ਵਿੱਚ ਕੀਤੇ ਸਨ, ਭਾਈ ਕੁਲਵਿੰਦਰ ਸਿੰਘ ਜੀ ਦਾ ਸਹਿਯੋਗ, ਪਿੱਠ ਭੂਮੀ ਵਿੱਚ ਉਹਨਾਂ ਦੀ ਅਗਵਾਈ, ਮੈਂ ਉਹਨਾਂ ਦਾ ਰਿਣੀ ਹਾਂ ਕਿ ਉਹਨਾਂ ਨੇ ਇਹ ਕੀਤਾ। ਦੂਜੇ ਮੇਰੇ ਬਹੁਤ ਹੀ ਪਿਆਰੇ ਅਜ਼ੀਜ਼ ਜਿਨ੍ਹਾਂ ਦਾ ਨਾਮ ਇੱਥੋਂ ਹੁਣੀ ਭੁੱਲ ਗਿਆ, ਜਿਨ੍ਹਾਂ ਨੇ ਇਹਨੂੰ ਸਾਰਾ ਆਡੀਓ ਵੀਡੀਓ ਔਰ ਇਹਨੂੰ ਕੀਤਾ ਉਹਦੇ 'ਤੇ। ਔਰ ਮੈਂ ਦੱਸ ਰਿਹਾ ਕਿ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਪਟਿਆਲੇ ਤੋਂ ਲਾਈਵ ਦੁਨੀਆ ਭਰ ਵਿੱਚ ਜ਼ਮੀਰ TV ਵਾਲੇ ਕਰ ਰਹੇ ਨੇ ਔਰ ਦਿਖਾਇਆ ਜਾਏਗਾ। ਇਹ ਜਿਹੜੀ ਵੀ ਥਾਵਾਂ 'ਤੇ ਹੈ ਸਾਡਾ ਇਹੀ ਯਤਨ ਹੈ ਕਿ ਅਸੀਂ ਆਪਣੇ ਵਿਰਸੇ, ਵਿਰਾਸਤ ਨੂੰ ਜਿਉਂਦਾ ਰੱਖਣ ਲਈ ਲੋਕਾਂ ਦੇ ਵਿੱਚ ਇਹ ਦਰਸਾਈਏ। ਭਾਈ ਸਾਹਿਬ ਦਾ ਜਿਹੜਾ ਗੁਰਮਤਿ ਖਜ਼ਾਨਾ ਉਹ ਬਹੁਤ ਕੀ ਕਹਿੰਦੇ ਲਾਹੇਵੰਦ ਹੈ। ਉਹਨਾਂ ਦੀ ਜਿਹੜੀ ਵੀ ਪੁਸਤਕ ਨੂੰ ਹੱਥ ਪਾਓਗੇ ਉਹ ਸਾਡੇ ਲਈ ਚਾਨਣ ਬਣਾ ਰਿਹਾ ਹੈ, ਪ੍ਰੇਰਨਾਦਾਇਕ ਹੈ। ਅਸੀਂ ਕੁਛ ਨਾ ਕੁਛ ਉਹਨਾਂ ਨੂੰ ਪੜ੍ਹੀਏ, ਸਿੱਖੀਏ ਔਰ ਵੱਧ ਤੋਂ ਵੱਧ ਸ਼ੇਅਰ ਕਰੀਏ। ਮੈਂ ਇਹਨਾਂ ਸ਼ਬਦਾਂ 'ਚ ਭਾਈ ਸਾਹਿਬ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਜਿੰਨਾ ਦੇਰ ਬੋਲਣਾ ਚਾਹੋ ਬੋਲ ਸਕਦੇ ਹੋ, ਮਗਰ ਭਾਈ ਸਾਹਿਬ ਨੂੰ ਪਤਾ ਮੇਰੀ ਸਿਹਤ ਕੋਈ ਬਹੁਤੀ ਚੰਗੀ ਨਹੀਂ ਅਤੇ ਮੈਂ ਜ਼ਿਆਦਾ ਦੇਰ ਖੜਾ ਨਹੀਂ ਰਹਿ ਸਕਦਾ। ਹਾਂਜੀ, ਅਤੇ ਕਿਉਂਕਿ ਮੈਂ ਹਫ਼ਤੇ ਦੇ ਵਿੱਚ 3 ਦਿਨ ਮੈਂ ਡਾਇਲਿਸਿਸ 'ਤੇ ਜਾਂਦਾ ਅਤੇ ਮੇਰੇ 'ਚ ਬੋਲਣ ਨੂੰ ਮੈਂ ਹੋਰ ਵੀ ਭਾਈ ਸਾਹਿਬ ਦੇ ਜੀਵਨ ਦੇ ਵੱਖ-ਵੱਖ, ਕਿਉਂਕਿ ਮੈਨੂੰ ਅਨੇਕਾਂ ਵਾਰ ਉਹਨਾਂ ਦੇ ਦਰਸ਼ਨ ਪਰਸ਼ਨ ਕਰਨ ਦਾ, ਨੇੜੇ ਹੋਣ ਦਾ ਬੜੀਆਂ ਯਾਦਾਂ ਮੇਰੇ ਹਿਰਦੇ ਵਿੱਚ ਸਮਾਈਆਂ ਨੇ, ਮਗਰ ਸਰੀਰ ਮੇਰਾ ਇੰਨਾ ਲੰਬਾ ਸਮਾਂ ਜੋ ਕੁਛ ਤਿਲ ਫੁੱਲ ਮੈਂ ਤੁਹਾਡੀ ਝੋਲੀ 'ਚ ਪਾ ਸਕਾਂ ਉਹਨੂੰ ਤੁਸੀਂ ਪਰਿਵਾਰ ਕਰਨਾ। ਅਸੀਂ ਇਸੇ ਤਰ੍ਹਾਂ ਹੀ ਸਮੇਂ-ਸਮੇਂ ਭਾਈ ਸਾਹਿਬ ਨੂੰ ਯਾਦ ਕਰਦੇ ਰਹੀਏ।
ਇਹ ਆਉਣ ਵਾਲਾ ਜਿਹੜਾ 30 ਤਰੀਕ ਇਸੇ ਨੂੰ ਇਹ ਭਾਈ ਸਾਹਿਬ ਦਾ ਜਜਮੈਂਟ ਦਾ ਦਿਨ ਹੈ। ਭਾਈ ਸਾਹਿਬ ਦੀ ਜਜਮੈਂਟ ਜਿਹੜੀ ਹੈ ਲਾਹੌਰ ਦੇ ਵਿੱਚ ਉਹਨਾਂ ਦੀ ਸਜ਼ਾ ਦੀ ਉਹ 30 ਤਰੀਕ ਨੂੰ ਹੋਈ ਸੀ। 4 ਤਰੀਕ ਨੂੰ ਉਹਨਾਂ ਦਾ ਜਿਹੜਾ ਦਿਨ ਹੈ ਅਪ੍ਰੈਲ ਨੂੰ, ਉਹ ਜਦੋਂ ਉਹਨਾਂ ਨੂੰ ਲਾਹੌਰ ਤੋਂ ਇੱਥੇ ਸ਼ਿਫਟ ਕੀਤਾ ਉਹਦੇ ਨਾਲ ਮੈਂ ਇਹਨਾਂ ਸ਼ਬਦਾਂ ਦੇ ਨਾਲ ਭਾਈ ਕੁਲਵਿੰਦਰ ਸਿੰਘ ਜੀ ਦਾ, ਮੈਂ ਆਪਣੇ ਬਹੁਤ ਹੀ ਪਿਆਰੇ ਅਜ਼ੀਜ਼ ਜਿਨ੍ਹਾਂ ਨੇ ਇਹਨੂੰ ਟੈਲੀਕਾਸਟ ਕੀਤਾ ਉਹਨਾਂ ਦਾ, ਸਮੂਹ ਸੰਗਤ ਦਾ ਜਿਨ੍ਹਾਂ ਨੇ ਮੈਨੂੰ ਇਕਾਗਰਤਾ ਨਾਲ ਸੁਣਿਆ, ਮੈਂ ਸਭ ਦਾ ਤਹਿ ਦਿਲੋਂ ਧੰਨਵਾਦੀ ਹਾਂ। ਆਓ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बहुत बहुत धन्यवाद जय तेग सिंह जी अनंत। और एक होर गल हैगी है, जे आपां अपने गल देखिए भी असी अपने परिवार लिए समा कढ़दे हैं, नितनेम असी अपने लिए करते हैं, पंथ के लिए असी कितना समा दे रहे हैं, पंथक किसी भी कारज के लिए। तो अपना फर्ज बनता कि जो साडा लिटरेचर आ उन्होंने आप भी पढ़िए। एक तो सानू पता नहीं होंगे भी चोन किहड़ी किताब की करनी, बड़ी मुश्किल होती है, पर भाई साहब जी ने पुस्तक थोड़ा जिहा उन्होंने भाषा जी थोड़ी जी कठिन लगती है, पर जो असी पढ़नी शुरू करते हैं तो इदा का वेग बनता है कि बंदा अंदर ही खुद ही जाता। कमाल की चीज़। मैं पहले जेल चिट्ठियाँ पढ़ी सी अगले सजे में, फिर उस तो बाद मैं गुरमत नाम अभ्यास पढ़ी सी, और जो गुरमत नाम अभ्यास कमाई पुस्तक मैं पढ़ी तो मेरे बहुत सारे जोड़े सवाल से वो दूर हो गए। उस तो बाद दूसरी पुस्तक पढ़िया। सो मेरा कहने तो भाव है साढ़े को समय नहीं होता। जो असी रात को सौ लगे एक पुस्तक के 2-4 पेज पढ़ लीए तो वह बहुत वधिया रहेगा। असी हम संथ्या भी शुरू की है गुरबाणी दी लगामात्रा की विलक्षणता वाली जी भाई साहब की बड़ी वड्डी देन है। असी हैरान रह गए हैं जिदा जिदा पढ़ते हैं कि ग्रामर बंदा बड़ा साधे तरीके दसिया गया। असी हम कल ही पढ़ते थे अवगण गौण अवगण तो अवगण कितने कितने वैसे तो पहला असी सब 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 भब्बे औकड़ है, भब्बा मुक्ता है, भब्बे में सिहारी है, 3 बारी सब शब्द होगा। मतलब कहने तो कि जे असी किसी चीज़ को पढ़ते नहीं सूँ पता नहीं, तुम हैरान रह जाओगे। मैनू हूँ थोड़े विचार होया पता लग्या कि जिन्हें गुरबाणी के क्रियावां होंदियां जिवें करही हाहे नूं सिहारी, पावही हाहे नूं सिहारी, मिलही हाहे नूं सिहारी, दिखावा हाहे नूं सिहारी, जिहड़ियां हाहे नूं सिहारी वालियां क्रियावां होंदियां उदां हुण करे कक्का रारा हाहे नूं सिहारी करे हुंदा, कक्का रारे नूं लाम भी करे हुंदा, कक्का रारे नूं जलावा भी करे हुंदा, करे करे करे। ये तिन्हां दा फर्क की है? तो मैनूं हैरानी हुई इस गल दी कि मैनूं सारी उम्र पता नहीं लग सकिया सी। जिथे हाहे नूं सिहारी आ रही है वो प्लूरल दा वर्ब आ, बहुवचन की क्रिया आ। कितनी वड्डी गल है। सारी समग्र बाणी दे विच सारे गुरु ग्रंथ साहिब जी दे विच इहो नियम आ भी जिहड़ी बहुवचन की क्रिया होगी, प्लूरल की क्रिया होगी, वो हाहे नूं सिहारी दे नाल हुंदी है। सो मेरा कहण तो भाव आ कई चीज़ां असीं उदां ही गुजरे ये फिर जे असीं ये चीज़ां भुल गए, ये चीज़ां भुल गए तो कौन संभालूगा। हुण आपां इत्थे लड़ीवार स्वरूप का प्रकाश करने आ, पदछेद स्वरूप का भी प्रकाश होंदा। पदछेद स्वरूप तो पढ़ना सौखा है, गुरबाणी में पढ़ना सौखा, लड़ीवार तो पढ़ना थोड़ा जिहा औखा है, पर जो असीं शुरू कर लेने फिर उधर हो जाने। तो जे असीं ना संभालिया, जे असीं ना लड़ीवार स्वरूप के प्रकाश किए तो अलोप हो जाना, खत्म हो जाना, फिर साडा विरसा तो गया, साडा तो सब कुछ चल गया। सो कहने तो भाव आ मेरी बेनती है कि धन्यवाद है भाई साहब होना का। 3 बारी हॉस्पिटल जाते हैं डायलिसिस के लिए, फिर भी ये उद्यम करी जा रहा है। कुछ इन्होंने संभालिया हुई चीज़ां
ਇੱਕ ਇਹਨਾਂ ਦੇ ਕੋਲੋਂ ਗੁਟਕਾ ਮੈਂ ਲੈ ਕੇ ਆਇਆ ਹਾਂ, ਛੋਟਾ ਜਿਹਾ ਗੁਟਕਾ ਹੈ ਜਪਜੀ ਸਾਹਿਬ ਦਾ। ਮੈਂ ਕਿਤੇ ਨਹੀਂ ਦੇਖਿਆ, ਪੁਰਾਤਨ ਗੁਟਕਾ ਆ। ਉਹਦੇ ਵਿੱਚ ਕੀ ਹੈ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਦਾ। ਆਪਾਂ 3 ਸ਼ਬਦ ਆਉਂਦੇ ਜਪਜੀ ਸਾਹਿਬ ਜੀ ਦੇ ਵਿੱਚ, ਉਹਨਾਂ ਦੇ ਰੂਪ ਜਿਹੜਾ ਬਣਿਆ ਹੋਇਆ ਆ ਉਹ ਹੈਗਾ ਅੰਮ੍ਰਿਤ ਵੇਲਾ ਸਚਨਾਮ, ਸਾਚਾ ਸਾਹਿਬ ਸੱਚ ਨੇ ਭਾਖਿਆ ਭਉ ਅਪਾਰ, ਆਖਿਆ ਮੰਗਿਆ ਦੇਖਦੇ, ਦਾਤ ਕਰੇ ਦਾਤਾਰ, ਫਿਰ ਕੇ ਅੱਗੇ ਰੱਖੀਏ ਜਿੱਤ ਦਿਸਾ ਦਰਬਾਰ। ਅਗਲੀ ਤੁਕ ਹੈਗੀ ਆ ਮੂੰਹੋਂ ਕੀ ਬੋਲਣ ਬੋਲੀ ਹੈ ਜਿਸ ਨੂੰ ਧਰੇ ਪਿਆਰ। ਉੱਥੇ ਹੈਗਾ ਮੰਮੀ ਨੂੰ ਔਂਕੜ, ਹਾਹੀ ਨੂੰ ਕਰੋੜਾ ਪਾਇਆ ਹੋਇਆ। ਜਿਹੜਾ ਗੁਰਬਾਣੀ ਆ, ਗੁਰਬਾਣੀ ਦੇ ਵਿੱਚ ਅੱਖਰ ਦੇ ਉੱਪਰ ਬਿੰਦੀ ਲਿਖੀ ਜਾਂਦੀ ਹੈ, ਉਹ ਬਿੰਦੀ ਹੋੜੇ ਨਾਲ ਜੁੜ ਕੇ ਕਰੋੜਾ ਬਣ ਗਿਆ। ਉਹ ਜਿਹੜਾ ਗੁਟਕਾ ਇਹਨਾਂ ਦੇ ਕੋਲ ਆ, ਛੋਟਾ ਜਿਹਾ ਗੁਟਕਾ ਆ, ਪੁਰਾਣਾ ਗੁਟਕਾ ਆ, ਮੇਰਾ ਖਿਆਲ 100 ਸਾਲ ਦੱਸਦੇ ਸੀ ਪੁਰਾਣਾ ਗੁਟਕਾ ਆ, ਉਹਦੇ ਵਿੱਚ ਉਹ ਬਿੰਦੀ ਪਈ ਹੋਈ ਹੈ। ਉਹਦਾ ਟਿੱਪੀ ਦਾ ਰੂਪ ਧਾਰਨ ਕੀਤਾ ਹੋਇਆ ਬਿੰਦੀ ਨੇ, ਪੂਰੇ ਉਹਦੇ ਮੂੰਹ ਵਿੱਚ ਵੀ ਟਿੱਪੀ ਦਾ ਰੂਪ ਧਾਰਨ ਕੀਤਾ। ਇਹ 3 ਸ਼ਬਦ ਸੀਗੇ। ਇੱਕ ਸੀਗਾ ਇਹ ਜਿਹੜਾ ਹੁਣ ਆਪਾਂ ਪੜ੍ਹ ਕੇ ਹਟੇ, ਮੂੰਹ ਤੋਂ ਬੋਲੇ ਨਾਨਕ ਜੇ ਕੋ ਆਪੋ ਜਾਣੇ, ਉੱਥੇ ਵੀ ਪੱਪੇ ਨੂੰ ਹੋੜਾ ਤੇ ਬਿੰਦੀ ਸੀ। ਇੱਕ ਦੀ ਜੀਭੋਂ ਲੱਖ ਹੋਏ, ਉੱਥੇ ਵੀ ਜੀਭੋਂ ਤਾਂ ਕੋਈ ਸ਼ਬਦ ਨਹੀਂ ਨਾ ਹੁੰਦਾ, ਪੱਬੇ ਨੂੰ ਕਨੌੜਾ ਪਾਇਆ ਹੋਵੇ, ਉੱਥੇ ਬਿੰਦੀ ਸੀਗੀ, ਕਨੌੜੇ ਨਾਲ ਉੱਪਰ ਹੋੜੇ ਨਾਲ ਜੁੜ ਗਈ, ਕਨੌੜਾ ਬਣ ਗਿਆ। ਇਹ ਖੋਜ ਜਿਹੜੀ ਸੀਗੀ ਇਹ ਭਾਈ ਜੋਗਿੰਦਰ ਸਿੰਘ ਜੀ ਤਰਵਾੜਾ ਹੋਣਾ ਨੇ, ਇਹਨਾਂ ਦਾ ਇੱਕ ਪੈਨਲ ਬਣਿਆ ਸੀ, ਭਾਈ ਸਾਹਿਬ ਹੋਣਾ ਨੇ ਕੀਤੀ ਸੀ। ਪਰ ਉਹ ਮੈਨੂੰ ਕਦੇ ਦਿਸ ਨਹੀਂ ਸੀ ਰਿਹਾ ਕਿਤੇ ਮੈਂ ਪੁਰਾਤਨ, ਆਪਾਂ ਕਿਹੜੇ ਆਪਾਂ ਦਰਸ਼ਨ ਕਰਦੇ ਹਾਂ ਸਾਰੇ, ਆਪਣੇ ਕੋਲ ਹੈ ਨਹੀਂ ਸੋਰਸਿਸ। ਇਹਨਾਂ ਦੇ ਕੋਲ ਮੈਂ ਗੁਟਕਾ ਲੈ ਕੇ ਮੈਂ ਕਿਹਾ ਹੈਰਾਨੀ ਵਾਲਾ। ਫਿਰ ਉਸ ਗੁਟਕੇ ਦੇ ਵਿੱਚ ਜਿਹੜੀ ਮੂਲ ਮੰਤਰ ਹੈ, ਉਸ ਤੋਂ ਬਾਅਦ ਜਪ ਦਾ, ਡੰਡੀਆਂ ਦਾ, ਮਤਲਬ ਸਾਰਾ ਜਿਹੜਾ ਪੁਰਾਤਨ ਜਿਹੜਾ ਉਹ ਦਿਖ ਰਹੀ ਹੈ। ਤੇ ਉਹ ਹੁਣ ਇਹਨਾਂ ਨੂੰ ਮੈਂ ਬੇਨਤੀ ਕੀਤੀ ਸੀ, ਮੈਂ ਤਾਂ ਡਿਜੀਟਲ ਕਰ ਦਿੰਦੇ ਆ ਵੀ ਉਹ ਥੋੜਾ ਟਾਈਮ ਲੱਗਣਾ ਆ, ਉਹ ਕਰਕੇ ਮੇਰਾ ਕਹਿਣ ਤੋਂ ਭਾਵ ਇਹ ਵੀ ਇਦਾਂ ਦਾ ਖਜ਼ਾਨਾ, ਇਦਾਂ ਦੇ ਹੋਰ ਗੁਰਸਿੱਖ ਹੋਣਗੇ ਆਪਣੇ ਪੰਥ ਵਿੱਚ, ਹੋਰ ਵੀ ਹੋਣਗੇ, ਉਹਨਾਂ ਦੇ ਕੋਲ ਪਿਆ ਆ, ਪਰ ਸਾਡੀ ਅਪਰੋਚ ਜਿਹੜੀ ਉਹਨਾਂ ਤੱਕ ਨਹੀਂ ਹੋ ਸਕੀ। ਸੋ ਮੈਂ ਬੇਨਤੀ ਕਰਦਾ ਵੀ ਜੇ ਤੁਹਾਡੇ ਕੋਲ ਵੀ ਕਿਸੇ ਦੇ ਕੋਲ ਕੋਈ ਚੀਜ਼ ਇਸ ਤਰ੍ਹਾਂ ਦੀ ਪੁਰਾਤਨ ਸਾਡੇ ਨਾਲ ਸਾਂਝੀ ਕਰਨ ਵਾਲੀ ਆ ਤੇ ਜ਼ਰੂਰ ਕਰਿਆ ਕਰੋ। ਆਪਾਂ ਮਹੀਨੇ ਦੇ ਵਿੱਚ ਇੱਕ ਵਾਰੀ ਅੱਧਾ ਘੰਟਾ ਕੀਰਤਨ ਤੋਂ ਬਾਅਦ ਆਪਾਂ ਲਾ ਸਕਦੇ ਹਾਂ। ਇਹ ਸਾਡੇ ਲਈ ਫਾਇਦੇ ਵਾਲੀ ਗੱਲ ਆ, ਸਾਡੇ ਬੱਚਿਆਂ ਦੇ ਲਈ, ਸਾਡੇ ਲਈ ਇਹੋ ਉਦੋਂ ਵਾਲੀ ਗੱਲ ਆ। ਭੁੱਲਾਂ ਵੀ ਖਿਮਾ। ਬਹੁਤ ਧੰਨਵਾਦ ਭਾਈ ਸਾਹਿਬ ਹੁਣਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਹੁਣ ਆਨੰਦ ਸਾਹਿਬ ਦਾ ਪਾਠ ਕਰ ਲੈਂਦੇ ਹਾਂ।